सत श्री अकाल जी दा खालस टीवी देखने वाले साडे सारे दर्शकों का बहुत बहुत स्वागत है। पंजाब दीयां खास खबरां दे खास बुलेटिन दे नाल मैं हरशरण कौर। अज 29 अगस्त है, दिन ऐतवार है। अज दे दिन दीयां खबरां दे विस्तार तो पहलां तुहानूं खास ते वड्डियां खबरां दस दिंदे हां। ਸਿੰਘੂ बार्डर ते अज पंजाब दीयां 32 किसान जथेबंदियां दे लीडरां दे वल्लों करनाल मसले ते बैठक कीती जाएगी। एमरजेंसी बैठक दे विच कोई भी वड्डा फैसला किसान लै सकदे ने। कल करनाल दे विच बीजेपी दी बैठक दा विरोध कर रहे हरियाणा दे किसानां ते पुलिस ने बहुत भारी लाठीचार्ज कीता। तस्वीरां दे विच खूनो खून होए किसान देखे जा सकदे सी ते किसान गंभीर रूप दे विच जख्मी होए ने। उस तो बाद किसानां ने कई राह ने जिहड़े कई मार्ग ने वो जाम कर दिते ने। गुरनाम सिंह चड़ूनी ने कहा कि जदों तक गिरफ्तार किसानां नूं रिहा नहीं कर दिता जांदा उदों तक सारा हरियाणा जाम रहेगा। श्रोमणी अकाली दल ने किसानां खिलाफ होए लाठीचार्ज की सख्त शब्दां विच निंदिया की है। हरियाणा के मुख मंत्री मनोहर लाल खट्टर ने कहा कि लाठीचार्ज की असीं जांच करांगे। उन्होंने कहा कि किसानां दा प्रदर्शन करना अते पुलिस ते पथराव करना गलत है। खट्टर ने कहा कि हिंसा करना गलत है, फिर भी कहा कि लाठीचार्ज की घटना की जांच करावांगे, कसूरवारां खिलाफ बनदी कार्रवाई की जाएगी। राहुल गांधी ने कहा किसानां दा खून फिर डुੱਲਿਆ, भारत दा सिर शर्म नाल मुड़ तो झुक गया। मुख मंत्री कैप्टन अमरिंदर सिंह ने कहा कि किसानां खिलाफ जान-बुझ के हरियाणा की सरकार ने ताकत की अन्नेवाह वरतों की है। कैप्टन ने हरियाणा के मुख मंत्री खट्टर नूं माफ़ी मंगण अते जख्मी हुए किसानां की सहायता करन लई कहा। कैप्टन ने चेतावनी दिंदिआं कहा कि बीजेपी नूं विधान सभा चोणां दौरान पंजाब ते होरनां सूबिਆਂ विच गंभीर सिੱਟੇ भुगतने पैणगे। संयुक्त किसान मोर्चे ने वीडियो जिहड़ी वायरल हुई है आयुष सिंह डीएम दी किसानां दे उत्ते लाठीचार्ज करन दी सिर पाड़न दी उस दी निंदिया कीती है ते आयुष सिंह दे खिलाफ परचा दर्ज करन दी मंग कीती है। करनाल दे विच होए इस भारी लाठीचार्ज तो बाद हरियाणा दे ਵੱਖ-ਵੱਖ ਹਿੱਸਿਆਂ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੁਤਲੇ ਫੂਕੇ ਗਏ। ਉੱਤਰਾਖੰਡ ਦੇ ਵਿੱਚ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ। ਦੂਸਰੀ ਵੱਡੀ ਖਬਰ ਹੈ ਕਿ ਤਾਮਿਲਨਾਡੂ ਵਿਧਾਨ ਸਭਾ ਨੇ ਕੇਂਦਰ ਦੇ 3 ਖੇਤੀ ਕਾਨੂੰਨਾਂ ਦੇ ਖਿਲਾਫ ਸਰਬਸੰਮਤੀ ਦੇ ਨਾਲ ਕੱਲ ਮਤਾ ਪਾਸ ਕਰ ਦਿੱਤਾ ਹੈ। ਅੰਨਾ ਡੀਐਮਕੇ ਤੇ ਬੀਜੇਪੀ ਵਿਧਾਇਕਾਂ ਨੇ ਇਸ ਦਰਮਿਆਨ ਸਦਨ ਚੋਂ ਵਾਕਆਊਟ ਕੀਤਾ ਹੈ। ਉੱਤਰਾਖੰਡ ਦੇ ਵਿੱਚ ਕਿਸਾਨ ਲੀਡਰਾਂ ਦੇ ਖਿਲਾਫ ਦਰਜ ਕੀਤੇ ਕੇਸ ਵਾਪਸ ਲੈਣ ਦਾ ਵੀ ਇੱਥੋਂ ਦੀ ਸਰਕਾਰ ਨੇ ਐਲਾਨ ਕੀਤਾ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਖੁਦ ਇਹ ਮਤਾ ਸਦਨ ਦੇ ਵਿੱਚ पेश किया सी। पंजाब के डीजीपी ने सारे जिलिਆਂ ਦੇ ਐਸਐਸਪੀਜ਼ ਨੂੰ ਹੁਕਮ ਚਾੜ ਦਿੱਤੇ ਨੇ ਕਿ ਸੂਬੇ ਦੇ ਵਿੱਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਵਾਲਿਆਂ ਦੇ ਖਿਲਾਫ ਕਾਨੂੰਨ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਵੇ ਤੇ ਤੁਰੰਤ ਕੀਤੀ ਜਾਵੇ। ਐਸਐਸਪੀਜ਼ ਨੂੰ ਸੰਵੇਦਨਸ਼ੀਲ ਥਾਵਾਂ ਦੇ ਨੇੜੇ ਚੌਕਸੀ ਵਧਾਉਣ ਦੇ ਹੁਕਮ ਦੇ ਦਿੱਤੇ ਨੇ। ਡੀਜੀਪੀ ਦਿਨਕਰ ਗੁਪਤਾ ਦੇ ਵੱਲੋਂ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਜੇ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਸ਼ੱਕੀ ਜਾਂ ਲਵਾਰਿਸ ਚੀਜ਼ ਮਿਲੇ ਤਾਂ ਉਹ 112 ਨੰਬਰ ਜਾਂ ਫਿਰ 181 ਨੰਬਰ ਤੇ ਕਾਲ ਕਰ ਸਕਦੇ ਨੇ। ਡੀਜੀਪੀ ਨੇ ਪੰਜਾਬ ਦੇ ਵਿੱਚ ਹਾਲ ਹੀ ਵਿੱਚ ਟਿਫਨ ਬੰਬ, ਹੈਂਡ ਗ੍ਰੇਨੇਡ ਜਾਂ ਫਿਰ ਪਿਸਤੌਲ ਬਰਾਮਦ ਹੋਏ ਨੇ। ਉਸ ਦੇ ਮੱਦੇਨਜ਼ਰ ਇੱਕ ਬੈਠਕ ਕੀਤੀ, ਉਸ ਦੇ ਵਿੱਚ ਇਹ ਹੁਕਮ ਨੇ ਜਿਹੜੇ ਤਾਜ਼ਾ ਦਿੱਤੇ ਗਏ ਨੇ। ਚੌਥੀ ਵੱਡੀ ਖਬਰ ਹੈ ਜਿਹੜੀ ਉਹ ਦਿੱਲੀ ਤੋਂ ਹੈ। ਦਿੱਲੀ ਜਬਰ ਜਨਾਹ ਕਾਂਡ ਦੇ ਨਾਲ ਜੁੜੀ ਹੋਈ ਹੈ, ਜਿੱਥੇ ਛਾਉਣੀ ਇਲਾਕੇ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ 9 ਸਾਲ ਦੀ ਬੱਚੀ ਦੇ ਨਾਲ ਜਿਹੜਾ ਜਬਰ ਜਨਾਹ ਹੋਇਆ ਸੀ, ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਵਿੱਚ 4 ਜਣੇ ਜਿਹੜੇ ਮੁਲਜ਼ਮ ਸੀਗੇ ਉਹਨਾਂ ਦੇ ਖਿਲਾਫ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ ਤੇ ਦੋਸ਼ੀ ਸਿੱਧ ਕਰ ਦਿੱਤਾ ਗਿਆ। ਸ਼ਮਸ਼ਾਨ ਘਾਟ ਦਾ ਪੁਜਾਰੀ ਰਾਧੇ ਸ਼ਿਆਮ 55 ਸਾਲ, ਮੁਲਾਜ਼ਮ ਕੁਲਦੀਪ ਸਿੰਘ, ਸਲੀਮ ਅਹਿਮਦ ਤੇ ਲక్ష్ਮੀ ਨਾਰਾਇਣ ਦੇ ਨਾਮ ਸ਼ਾਮਿਲ ਨੇ। ਨਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਜਿਹੜੇ ਇਹ ਹੈਗੇ ਨੇ ਵੱਖ-ਵੱਖ ਧਰਮਾਂ ਦੇ ਬੰਦੇ ਨੇ ਜਿਨ੍ਹਾਂ ਨੇ ਇਹ ਸ਼ਰਮਨਾਕ ਕਾਰਾ ਕੀਤਾ ਸੀ। ਇਹਨਾਂ ਖਿਲਾਫ ਆਈਪੀਸੀ ਦੀਆਂ ਧਾਰਾਵਾਂ 302, 304, 376 ਡੀ, 342, 506, 201 ਤੇ 34 ਤਹਿਤ ਦੋਸ਼ ਆਇਦ ਕੀਤੇ ਗਏ ਨੇ। ਪੰਜਾਬ ਕਾਂਗਰਸ ਦੇ ਅੰਦਰੂਨੀ ਘਮਸਾਨ ਦੇ ਦਰਮਿਆਨ ਹਰੀਸ਼ ਰਾਵਤ ਨੇ ਸੋਨੀਆ ਗਾਂਧੀ ਤੋਂ ਬਾਅਦ ਕੱਲ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ 1-2 ਦਿਨਾਂ ਦੇ ਵਿੱਚ ਸੂਬੇ ਦਾ ਦੌਰਾ ਕਰਕੇ ਕੈਪਟਨ ਤੇ ਸਿੱਧੂ ਦੇ ਨਾਲ ਗੱਲਬਾਤ ਕਰਨਗੇ ਅਤੇ ਹਾਈ ਕਮਾਂਡ ਤੋਂ ਜੋ ਹੁਕਮ ਮਿਲਿਆ ਉਹ ਦੱਸਣਗੇ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਕੱਲ ਜਲਿਆਂਵਾਲੇ ਬਾਗ ਦਾ ਮੁੜ ਤੋਂ ਉਦਘਾਟਨ ਕਰ ਦਿੱਤਾ ਗਿਆ ਹੈ। ਨਵੀਨੀਕਰਨ ਕੀਤੇ ਜਾਣ ਤੋਂ ਬਾਅਦ ਮੁੜ ਜਲਿਆਂਵਾਲਾ ਬਾਗ ਲੋਕਾਂ ਦੇ ਦੇਖਣ ਦੇ ਲਈ ਖੋਲ੍ਹਿਆ ਗਿਆ ਹੈ। ਉਦਘਾਟਨ ਕੀਤਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ। ਵਰਚੁਅਲੀ ਉਦਘਾਟਨ ਕੀਤਾ ਗਿਆ ਹੈ ਪਰ ਰੌਲੇ ਰੱਪੇ ਦੇ ਦਰਮਿਆਨ ਉਦਘਾਟਨ ਕੀਤਾ ਗਿਆ ਕਿਉਂਕਿ ਨੌਜਵਾਨ ਭਾਰਤ ਸਭਾ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਵਰਚੁਅਲ ਰੈਲੀ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਦਰਮਿਆਨ ਪੁਲਿਸ ਨੇ ਸੈਂਕੜੇ ਲੀਡਰਾਂ ਅਤੇ ਹੋਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਉਦਘਾਟਨ ਭਾਵੇਂ ਸ਼ਾਮ ਨੂੰ 6:30 ਵਜੇ ਦੇ ਕਰੀਬ ਹੋਣਾ ਸੀ ਪਰ ਇਹਨਾਂ
ਇਨ੍ਹਾਂ ਨੌਜਵਾਨਾਂ ਨੇ ਕੱਲ ਸਵੇਰੇ 8 ਵਜੇ ਹੀ ਜਲਿਆਂਵਾਲਾ ਬਾਗ ਦੇ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ ਸੀ। ਇਸ ਵਿਰੋਧ ਨੂੰ ਦੇਖਦੇ ਹੋਏ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ। ਇਹ ਸਾਰੇ ਨੌਜਵਾਨ ਨਹੀਂ ਚਾਹੁੰਦੇ ਸੀ ਕਿ ਬੀਜੇਪੀ ਪਾਰਟੀ ਦੀ ਅਗਵਾਈ ਕਰਨ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਲਿਆਂਵਾਲੇ ਬਾਗ ਦਾ ਉਦਘਾਟਨ ਕੀਤਾ ਜਾਵੇ ਤੇ ਸਿਆਸੀ ਲਾਹਾ ਲਿਆ ਜਾਵੇ। ਹਾਲਾਂਕਿ ਬਾਅਦ ਵਿੱਚੋਂ ਪੁਲਿਸ ਦੇ ਨਾਲ ਜਿਹੜੀ ਮੀਟਿੰਗ ਹੋਈ, ਮੀਟਿੰਗ ਤੋਂ ਬਾਅਦ ਇਹਨਾਂ ਦੇ 5 ਮੈਂਬਰੀ ਵਫਦ ਨੇ ਅੰਦਰ ਜਲਿਆਂਵਾਲੇ ਬਾਗ ਦਾ ਜਾਇਜ਼ਾ ਲਿਆ ਤੇ ਦੇਖਿਆ ਕਿ ਕੋਈ ਵੀ ਬੀਜੇਪੀ ਦਾ ਲੀਡਰ ਅੰਦਰ ਮੌਜੂਦ ਨਹੀਂ ਹੈ ਤੇ ਫਿਰ ਧਰਨਾ ਸ਼ਾਮ ਨੂੰ ਚੁੱਕ ਦਿੱਤਾ ਗਿਆ ਸੀ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਕਾਬੁਲ ਹਵਾਈ ਅੱਡੇ ਤੇ ਹੋਏ ਬੰਬ ਧਮਾਕਿਆਂ ਦੇ ਸਾਜ਼ਿਸ਼ ਘਾੜੇ ਨੂੰ ਡਰੋਨ ਹਮਲੇ ਦੇ ਵਿੱਚ ਮਾਰ ਦਿੱਤਾ ਹੈ ਤੇ ਕਾਬੁਲ ਬੰਬ ਧਮਾਕਿਆਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 190 ਦੇ ਨੇੜੇ ਪਹੁੰਚਣ ਵਾਲੀ ਹੈ। ਰਾਤ ਤੱਕ ਇਹ ਗਿਣਤੀ 183 ਹੋ ਚੁੱਕੀ ਸੀ। ਵੱਖ-ਵੱਖ ਸੂਬਿਆਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਬੀਜੇਪੀ ਲੀਡਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਤੇ ਇਸੇ ਦਰਮਿਆਨ ਰਾਕੇਸ਼ ਟਿਕੈਤ ਜਦੋਂ ਪੰਜਾਬ ਦੌਰੇ ਤੇ ਪਹੁੰਚੇ ਹੋਏ ਨੇ, ਪਰਸੋਂ ਚੰਡੀਗੜ੍ਹ 'ਚ ਸੀਗੇ, ਕੱਲ ਹਿਮਾਚਲ ਵੱਲ ਜਾ ਰਹੇ ਸੀ ਤਾਂ ਹਿਮਾਚਲ ਦੇ ਵਿੱਚ ਰਾਕੇਸ਼ ਟਿਕੈਤ ਦੀ ਸੜਕ ਦੇ ਉੱਤੇ ਇੱਕ ਆੜ੍ਹਤੀਏ ਦੇ ਨਾਲ ਤਿੱਖੀ ਬਹਿਸ ਹੋਈ। ਇੱਕ ਵੀਡੀਓ ਵੀ ਵਾਇਰਲ ਹੋਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਂਕਿ ਹਾਲਾਤ ਨੂੰ ਸੰਭਾਲ ਲਿਆ। ਆੜ੍ਹਤੀਏ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਿਸਾਨਾਂ ਵੱਲੋਂ ਸੜਕ ਰੋਕੇ ਜਾਣ ਕਾਰਨ ਸਾਡਾ ਕੰਮ ਪ੍ਰਭਾਵਿਤ ਹੋ ਰਿਹਾ ਹੈ, ਜਦਕਿ ਟਿਕੈਤ ਨੇ ਦੋਸ਼ ਲਾਇਆ ਕਿ ਉਸ ਬੰਦੇ ਨੇ ਸ਼ਰਾਬ ਪੀਤੀ ਹੋਈ ਸੀ, ਹੱਥਾਂ ਵਿੱਚ ਪੱਥਰ ਚੁੱਕੇ ਹੋਏ ਸੀ ਤੇ ਗੱਡੀ ਭੰਨਣ ਦੀਆਂ ਧਮਕੀਆਂ ਦੇ ਰਿਹਾ ਸੀ। ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਕੱਲ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਘਿਰਾਓ ਮੁੜ ਤੋਂ ਕੀਤਾ ਗਿਆ। ਕਿਸਾਨਾਂ ਦਾ ਜਿਹੜਾ ਇੱਕੋ ਹੀ ਅਹਿਦ ਹੈ ਕਿ 117 ਹਲਕਿਆਂ ਦੇ ਵਿੱਚ ਅਸੀਂ ਬੀਜੇਪੀ ਉਮੀਦਵਾਰਾਂ ਨੂੰ ਨਾਮਜ਼ਦਗੀ ਪਰਚੇ ਨਹੀਂ ਭਰਨ ਦੇਵਾਂਗੇ, ਚੋਣਾਂ ਲੜਨਾ ਤਾਂ ਦੂਰ। ਤੇ ਕੱਲ ਬੀਜੇਪੀ ਦੇ ਸੂਬਾ ਪ੍ਰਧਾਨ ਪੱਗ ਬੰਨ੍ਹ ਕੇ ਮੀਟਿੰਗ ਦੇ ਵਿੱਚ ਦਾਖਲ ਹੋਏ ਤੇ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਕਿ ਪੱਗ ਬੰਨ੍ਹ ਕੇ ਪਹੁੰਚੇ ਨੇ ਤਾਂ ਉਹਨਾਂ ਨੇ ਕਿਹਾ ਕਿ ਸੂਬਾ ਪ੍ਰਧਾਨ ਜਾਣਬੁੱਝ ਕੇ ਕਿਸਾਨਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਹੇ ਨੇ ਤੇ ਪਿੰਡਾਂ ਦੇ ਵਿੱਚ ਜਿਹੜਾ ਸਿਆਸੀ ਲੀਡਰਾਂ ਦਾ ਵਿਰੋਧ ਹੋ ਰਿਹਾ ਉਸ ਦੇ ਵਿੱਚ ਬੀਬੀਆਂ ਵੀ ਡਟ ਗਈਆਂ ਨੇ। ਇੱਕ ਤਸਵੀਰ ਭਦੌੜ ਦੇ ਪਿੰਡ ਦੀਪਗੜ੍ਹ ਤੋਂ ਆਈ ਹੈ, ਜਿੱਥੇ ਰੋਡ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਵੱਲੋਂ ਕੰਧਾਂ ਤੇ 400 ਯੂਨਿਟ ਬਿਜਲੀ ਮਾਫ ਕਰਨ ਦੇ ਜਿਹੜੇ ਇਸ਼ਤਿਹਾਰ ਛਾਪੇ ਗਏ ਸੀ, ਉਹਨਾਂ ਤੇ ਬੀਬੀਆਂ ਨੇ ਕਾਲਾ ਪੋਚਾ ਫੇਰ ਦਿੱਤਾ। ਬੀਬੀਆਂ ਨੂੰ ਇਹ ਗੱਲ ਮਨਜ਼ੂਰ ਨਹੀਂ ਹੋਈ। ਸਿਆਸੀ ਪਾਰਟੀਆਂ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਤੇ ਪੱਕੇ ਰੰਗ ਨਾਲ ਲਿਖੇ ਚੋਣ ਵਾਅਦਿਆਂ ਦੇ ਪੋਚਾ ਫੇਰ ਦਿੱਤਾ। ਉਧਰ ਫਰੀਦਕੋਟ ਦੇ ਵਿੱਚ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਸਿਆਸੀ ਦੌਰੇ ਤੇ ਗਏ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਖੁਦ ਮੌਜੂਦ ਸਨ। ਉਹਨਾਂ ਨੇ ਵਿਧਾਇਕ ਨੂੰ ਸਵਾਲ ਕੀਤੇ ਕਿ ਜੇਕਰ ਕਾਂਗਰਸ ਕਿਸਾਨ ਹਿਤੈਸ਼ੀ ਹੈ ਤਾਂ ਫਰੀਦਕੋਟ ਦੀ ਇਕਲੌਤੀ ਖੰਡ ਮਿਲ ਨੂੰ ਬੰਦ ਕਿਉਂ ਨਹੀਂ ਕੀਤਾ ਗਿਆ ਤੇ ਇਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜੋ ਗੁਟਕਾ ਹੱਥ ਵਿੱਚ ਫੜ ਕੇ ਸਹੁੰ ਖਾਧੀਆਂ ਗਈਆਂ ਸੀ 4.5 ਸਾਲ ਪਹਿਲਾਂ, ਉਹਨਾਂ ਬਾਰੇ ਵੀ ਸਵਾਲ ਪੁੱਛੇ ਗਏ ਕਿ ਸਹੁੰ ਤਾਂ ਇਹ ਵੀ ਖਾਧੀ ਸੀ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਨ ਦੀ, ਪਰ ਹੋਇਆ ਕਿਉਂ ਨਹੀਂ। ਗੁਰੂਸਰ ਸੁਧਾਰ ਦੇ ਨੇੜੇ ਜਿਹੜੀ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਹੈ, ਉੱਥੇ ਵੀ ਕਿਸਾਨਾਂ ਦਾ ਧਰਨਾ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ। ਧਰਨਾ ਚੁਕਵਾਉਣ ਦੇ ਲਈ ਕੱਲ ਪੁਲਿਸ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿਚਾਲੇ ਮੁੜ ਤੋਂ ਗੱਲਬਾਤ ਹੋਈ, ਪਰ ਕਿਸਾਨਾਂ ਨੇ 3 ਖੇਤੀ ਕਾਨੂੰਨਾਂ ਨੂੰ ਜਦੋਂ ਤੱਕ ਰੱਦ ਨਹੀਂ ਹੋਣਗੇ ਉਸ ਤੋਂ ਪਹਿਲਾਂ ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਉਧਰ ਭਵਾਨੀਗੜ੍ਹ ਦੇ ਫੱਗੂਵਾਲਾ ਤੇ ਬਠਿੰਡਾ ਦੇ ਰਾਮਪੁਰਾ ਦੇ ਵਿੱਚ ਵਿਜੇਂਦਰ ਸਿੰਗਲਾ ਦਾ ਤਿੱਖਾ ਵਿਰੋਧ ਹੋਇਆ। ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲੈ ਲਿਆ। ਰਾਮਪੁਰਾ ਵਾਸੀਆਂ ਨੇ ਇਹਨਾਂ ਲੀਡਰਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਪੰਜਾਬ ਦੇ ਵਿੱਚ ਵਿਰੋਧ ਚਾਰੇ ਪਾਸੇ ਹੋ ਰਿਹਾ ਹੈ। ਸੁਖਬੀਰ ਬਾਦਲ ਆਪਣੀ 100 ਦਿਨਾਂ ਯਾਤਰਾ ਤੇ ਲਗਾਤਾਰ ਜਾ ਰਹੇ ਨੇ, ਹਾਲਾਂਕਿ ਵਿਰੋਧ ਲਗਾਤਾਰ ਹੋ ਰਿਹਾ ਹੈ ਤੇ ਸੁਖਬੀਰ ਬਾਦਲ ਆਪਣੇ ਆਪ ਨੂੰ ਇੱਕ ਜਿਹੜਾ ਹੈਗਾ ਜ਼ਮੀਨ ਨਾਲ ਜੁੜੇ ਹੋਏ ਲੀਡਰ ਦੀ ਛਵੀ ਵਜੋਂ ਦਰਸਾਉਣ ਦੀ ਕੋਸ਼ਿਸ਼ ਪੂਰੀ ਕਰ ਰਹੇ ਨੇ। ਨੌਜਵਾਨਾਂ ਦੀ ਨਬਜ਼ ਜਿਹੜੀ ਸੁਖਬੀਰ ਬਾਦਲ ਵੱਲੋਂ ਟੋਹੀ ਜਾ ਰਹੀ ਹੈ, ਕਦੇ ਖੇਤ 'ਚ ਖੜ ਕੇ ਗੁੜ ਵਾਲੀ ਚਾਹ ਪੀਂਦੇ ਨਜ਼ਰ ਆਉਂਦੇ ਨੇ ਤੇ ਕਦੇ ਖੁੰਡ ਚਰਚਾ ਤੇ ਬਹਿ ਕੇ ਨੌਜਵਾਨਾਂ ਦੇ ਨਾਲ ਤਾਸ਼ ਖੇਡ ਰਹੇ ਨੌਜਵਾਨਾਂ ਦੇ ਨਾਲ ਚਰਚਾ ਕਰਦੇ ਨਜ਼ਰ ਆਉਂਦੇ ਨੇ। ਪਰ ਇਹ ਤਾਂ 2022 'ਚ ਹੀ ਪਤਾ ਲੱਗੇਗਾ ਕਿ ਨੌਜਵਾਨ ਇਹਨਾਂ ਲੀਡਰਾਂ ਤੋਂ ਭਰਮੇ ਨੇ ਜਾਂ ਨਹੀਂ, ਕਿਹੜੀ ਪਾਰਟੀ ਦੇ ਹੱਕ ਵਿੱਚ ਪੰਜਾਬ ਦੇ ਲੋਕਾਂ ਦਾ ਫਤਵਾ ਜਾਂਦਾ ਹੈ। ਇਹ ਤਾਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਦਾ ਦਿਨ ਅਸਲ ਦੇ ਵਿੱਚ ਡਿਸਾਈਡ ਕਰਦਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਦੇਸ਼ ਦੇ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਵਿਡ-19 ਸੰਬੰਧੀ ਤਾਜ਼ਾ ਹੁਕਮ ਜਾਰੀ ਕੀਤੇ ਨੇ। ਮੰਤਰਾਲੇ ਨੇ ਸੂਬਿਆਂ ਨੂੰ ਕਿਹਾ ਹੈ ਕਿ ਸਾਰੇ ਸੂਬਿਆਂ ਦੀਆਂ ਸਰਕਾਰਾਂ ਯਕੀਨੀ ਬਣਾਉਣ ਕਿ ਇੱਕ ਥਾਂ ਤੇ ਬਹੁਤੇ ਲੋਕ ਇਕੱਠੇ ਨਾ ਹੋਣ। ਇਸ ਦੇ ਨਾਲ ਹੀ ਸੂਬੇ ਕਰੋਨਾ ਤੇ ਕਾਬੂ ਰੱਖਣ ਤੇ ਫੈਲਣ ਤੋਂ ਰੋਕਣ ਦੇ ਲਈ ਟੈਸਟ, ਟਰੈਕ, ਟਰੀਟ, ਵੈਕਸੀਨੇਸ਼ਨ ਤੇ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ। ਮੰਤਰਾਲੇ ਨੇ ਪਹਿਲਾਂ ਤੋਂ ਜਾਰੀ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਜਿਹੜੀ ਮਿਆਦ ਹੈ ਉਹ 30 ਸਤੰਬਰ ਤੱਕ ਹੋਰ ਵਧਾ ਦਿੱਤੀ ਹੈ।
ਹੁਣ ਕਰਨਾਲ ਦੀ ਤੁਹਾਨੂੰ ਵੱਡੀ ਖਬਰ ਦੱਸਦੇ ਹਾਂ, ਜਿੱਥੇ ਖੱਟਰ ਸਰਕਾਰ ਨੇ ਕਿਸਾਨਾਂ ਦੇ ਸਿਰ ਪਾੜੇ ਤੇ ਹੱਡ ਭੰਨੇ ਤੇ ਗ੍ਰਿਫਤਾਰ ਕੀਤੇ। ਕਰਨਾਲ ਦੇ ਵਿੱਚ ਬੀਜੇਪੀ ਦੀ ਸੂਬਾ ਪੱਧਰੀ ਮੀਟਿੰਗ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਤੇ ਪੁਲਿਸ ਨੇ ਭਾਰੀ ਲਾਠੀ ਚਾਰਜ ਕੀਤਾ ਤੇ ਉਹਨਾਂ ਨੂੰ ਖੇਤਾਂ ਦੇ ਵਿੱਚ ਖਦੇੜ ਦਿੱਤਾ। ਲਾਠੀ ਚਾਰਜ ਇੱਕ ਵਾਰ ਨਹੀਂ ਹੋਇਆ, ਸਗੋਂ ਕਈ ਵਾਰ ਹੋਇਆ। ਲਾਠੀ ਚਾਰਜ ਵਿੱਚ ਕਈ ਕਿਸਾਨ ਗੰਭੀਰ ਜ਼ਖਮੀ ਹੋ ਗਏ। ਖੱਟਰ ਦੇ ਪ੍ਰੋਗਰਾਮ ਵੱਲ ਜਾਣ ਲਈ ਇਕੱਠੇ ਹੋ ਰਹੇ ਕਿਸਾਨਾਂ ਤੇ ਇੱਕ ਵਾਰੀ ਪਹਿਲਾਂ ਲਾਠੀ ਚਾਰਜ ਕੀਤਾ ਗਿਆ, ਉਸ ਤੋਂ ਬਾਅਦ ਫਿਰ ਦੂਜੀ ਵਾਰੀ ਤੇ ਫਿਰ ਤੀਜੀ ਵਾਰੀ ਵੀ ਪੁਲਿਸ ਨੇ ਭਾਰੀ ਲਾਠੀਆਂ ਵਰਾਈਆਂ। ਕਰਨਾਲ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਫੱਟੜ ਹੋਏ, ਖੇਤਾਂ ਵਿੱਚ ਭਜਾ ਕੇ ਉਹਨਾਂ ਨੂੰ ਕੁੱਟਿਆ ਗਿਆ। ਕਈ ਕਿਸਾਨਾਂ ਦੀਆਂ ਬਾਹਾਂ ਟੁੱਟ ਗਈਆਂ, ਸਿਰ ਵੀ ਕਈਆਂ ਦੇ ਪਾਟ ਗਏ। 50 ਤੋਂ ਵੱਧ ਕਿਸਾਨ ਜ਼ਖਮੀ ਹੋਏ ਨੇ। ਗ੍ਰਿਫਤਾਰ ਵੀ ਕਈ ਕਿਸਾਨਾਂ ਨੂੰ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਕਰਨਾਲ ਪਹੁੰਚ ਗਏ। ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਮੁੜ ਵਸਤਾੜਾ ਟੋਲ ਪਲਾਜ਼ਾ ਜਾਮ ਕਰ ਦਿੱਤਾ। ਕਿਸਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਨੈਸ਼ਨਲ ਹਾਈਵੇ ਤੇ ਵਿਰੋਧ ਕਰ ਰਹੇ ਸੀ, ਜਦੋਂ ਪੁਲਿਸ ਨੇ ਕਿਸਾਨਾਂ ਦੇ ਉੱਤੇ ਇੱਕਦਮ ਲਾਠੀ ਚਾਰਜ ਕਰ ਦਿੱਤਾ। ਲਾਠੀ ਚਾਰਜ ਤੋਂ ਬਾਅਦ ਕਿਸਾਨਾਂ ਦੇ ਕੀ ਹਾਲਾਤ ਹੋਏ ਨੇ, ਖੂਨ ਦੇ ਨਾਲ ਲੱਥਪੱਥ ਹੋਏ ਕਿਸਾਨਾਂ ਨੂੰ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਹੀ ਹੋਣਾ। ਕਿਸਾਨਾਂ ਨੇ ਖੱਟਰ ਦੇ ਵਿਰੋਧ ਵਿੱਚ ਨੈਸ਼ਨਲ ਹਾਈਵੇ ਤੇ ਘਰੋਂਡਾ ਟੋਲ ਪਲਾਜ਼ੇ ਨੂੰ ਜਾਮ ਕੀਤਾ ਹੋਇਆ ਸੀ, ਪਰ ਪੁਲਿਸ ਬਲ ਦਾ ਪ੍ਰਯੋਗ ਕਰਕੇ ਕਿਸਾਨਾਂ ਨੂੰ ਭਜਾਇਆ ਗਿਆ। ਖੱਟਰ ਦੇ ਨਾਲ ਸੂਬੇ ਦੇ ਸਾਰੇ ਸੰਸਦ ਮੈਂਬਰ, ਵਿਧਾਇਕ ਤੇ ਪਾਰਟੀ ਦੇ ਹੋਰ ਲੀਡਰ ਪੰਚਾਇਤੀ ਚੋਣਾਂ ਦੀ ਰਣਨੀਤੀ ਤਿਆਰ ਕਰਨ ਲਈ ਕਰਨਾਲ ਪਹੁੰਚੇ ਹੋਏ ਸੀ। ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਪੂਰੇ ਹਰਿਆਣਾ ਦੇ ਵਿੱਚ ਜਾਮ ਦਾ ਸੱਦਾ ਦੇ ਦਿੱਤਾ। ਲਾਠੀਚਾਰਜ ਤੋਂ ਬਾਅਦ ਹੋਈ ਪੱਥਰਬਾਜ਼ੀ ਕਾਰਨ ਜੀਟੀ ਰੋਡ ਵਿੱਚ ਫਸੇ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਕਿਸਾਨਾਂ ਨੇ ਸ਼ੁੱਕਰਵਾਰ ਦੀ ਰਾਤ ਨੂੰ ਹੀ ਇਸ ਮੀਟਿੰਗ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਸੀ। ਕਿਸਾਨਾਂ ਨੇ ਕਰਨਾਲ ਦੇ ਗੁਰਦੁਆਰਾ ਡੇਰਾ ਕਾਰ ਸੇਵਾ 'ਚ ਇਕੱਠੇ ਹੋਣਾ ਸੀ, ਪਰ ਪੁਲਿਸ ਨੇ ਘਟਨਾ ਵਾਲੀ ਥਾਂ ਅਤੇ ਰੇਲਵੇ ਰੋਡ ਨੂੰ ਜਾਣ ਵਾਲੇ ਸਾਰੇ ਰਾਹਾਂ ਨੂੰ ਸੀਲ ਕਰ ਦਿੱਤਾ। ਇਸ ਕਾਰਨ ਸ਼ਹਿਰ ਦੇ ਆਮ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਜਦੋਂ ਆਲੇ ਦੁਆਲੇ ਦੇ ਪਿੰਡਾਂ ਤੋਂ ਸ਼ਹਿਰ ਆਏ ਪਿੰਡ ਵਾਸੀਆਂ ਨੂੰ ਸ਼ਹਿਰ ਵਿੱਚ ਦਾਖਲਾ ਨਾ ਮਿਲਿਆ ਤਾਂ ਉਹਨਾਂ ਨੇ ਸਥਾਨਕ ਲੋਕਾਂ ਦੇ ਨਾਲ ਸ਼ਹਿਰ ਵਿੱਚ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਵੀ ਕੀਤਾ। ਗੁਰਨਾਮ ਸਿੰਘ ਚੜੂਨੀ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਚੜੂਨੀ ਨੇ ਕਿਸਾਨਾਂ ਨੂੰ ਪੁਲਿਸ ਦੀ ਗੁੰਡਾਗਰਦੀ ਦਾ ਡਟ ਕੇ ਮੁਕਾਬਲਾ ਕਰਨ ਦਾ ਹੌਸਲਾ ਦਿੱਤਾ। ਉਹਨਾਂ ਨੇ ਸਾਰੇ ਕਿਸਾਨਾਂ ਨੂੰ ਹਰਿਆਣਾ ਦੇ ਸਾਰੇ ਟੋਲ ਪਲਾਜ਼ਿਆਂ ਤੇ ਜਾਂ ਜਿੱਥੇ ਵੀ ਕਿਤੇ ਕਿਸਾਨ ਰੋਡ ਜਾਮ ਕਰਦੇ ਨੇ ਉੱਥੇ ਤੁਰੰਤ ਰੋਡ ਜਾਮ ਕਰਨ ਦੇ ਲਈ ਕਿਹਾ। ਗੁਰਨਾਮ ਸਿੰਘ ਚੜੂਨੀ ਨੇ ਗ੍ਰਿਫਤਾਰ ਕਿਸਾਨਾਂ ਨੂੰ ਰਿਹਾ ਕਰਨ ਤੱਕ ਹਰਿਆਣਾ ਦੀਆਂ ਸਾਰੀਆਂ ਸੜਕਾਂ ਤੇ ਸਾਰੇ ਟੋਲ ਪਲਾਜ਼ਾ ਜਾਮ ਰੱਖਣ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਚੜੂਨੀ ਨੇ ਹੀ ਇਹ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ मनोहर लाल खट्टर इस मसले के उत्ते हाई लेवल मीटिंग करेंगे। कि करनाल के अंदर जरूरत से ज्यादा करोड़ता पे सरकार उतराई है और वहां पे इकट्ठे भी नहीं होने दे रहे हैं और वहां पे आर्डर दिया गया है कि जो आता है उसको लठ मारो। करनाल के अंदर आज मुख्यमंत्री का प्रोग्राम था तो हमारे लोग बस्ताड़ा टोल पे जो करनाल से करीब 15 किलोमीटर दूर है वहां पे इकट्ठे हो रहे थे। वहीं पे जाके पुलिस ने उनको घेरा है और बहुत बुरी तरह से लाठीचार्ज किया है। ਕਰਨਾਲ ਦੇ ਵਿੱਚ ਕਿਸਾਨਾਂ ਤੇ ਹੋਏ ਇਸ ਵੱਡੇ ਲਾਠੀਚਾਰਜ ਤੋਂ ਸਾਰੇ ਕਿਸਾਨ ਲੀਡਰ ਤੱਤੇ ਹੋ ਗਏ। ਸਿੰਘੂ ਬਾਰਡਰ ਤੋਂ ਕਿਸਾਨ ਲੀਡਰ ਦਰਸ਼ਨਪਾਲ ਨੇ ਕਿਹਾ ਕਿ ਪੁਲਿਸ ਨੇ ਕਿਸਾਨਾਂ ਤੇ ਲਾਠੀਚਾਰਜ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਹੈ, ਹੱਡੀਆਂ ਤੋੜ ਦਿੱਤੀਆਂ ਗਈਆਂ ਨੇ ਤੇ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਸਾਨ ਲੀਡਰ ਦਰਸ਼ਨਪਾਲ ਨੇ ਵੀ ਸਾਰੇ ਕਿਸਾਨਾਂ ਨੂੰ ਸ਼ਾਮ 5 ਵਜੇ ਤੱਕ ਸਾਰੇ ਰੋਡ ਜਾਮ ਕਰਨ ਦਾ ਸੱਦਾ ਦੇ ਦਿੱਤਾ। ਹਰਿਆਣਾ ਸਰਕਾਰ ਨੂੰ ਦਰਸ਼ਨਪਾਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਪੁਲਿਸ ਨੇ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਨਾ ਕੀਤਾ ਅਤੇ ਜ਼ਖਮੀ ਹੋਏ ਕਿਸਾਨਾਂ ਦੇ ਹਾਲਾਤ ਜੇ ਬਹੁਤੇ ਖਰਾਬ ਹੋਏ ਤਾਂ ਹਰਿਆਣਾ ਪੁਲਿਸ ਅਤੇ ਹਰਿਆਣਾ ਪ੍ਰਸ਼ਾਸਨ ਦੇ ਖਿਲਾਫ ਅੰਦੋਲਨ ਹੋਰ ਤਿੱਖਾ ਕਰਾਂਗੇ। ਕਿਸਾਨਾਂ ਨੇ ਲਾਠੀਚਾਰਜ ਦੇ ਰੋਸ ਵਜੋਂ ਕਿਸਾਨ ਲੀਡਰਾਂ ਦੇ ਸੱਦੇ ਤੇ ਪਾਣੀਪਤ, ਹਿਸਾਰ, ਫਤਿਆਬਾਦ ਅਤੇ ਦਿੱਲੀ ਨੂੰ ਜਾਂਦੇ ਹੋਰ ਰਾਹ ਜਾਮ कर देते। आज करनाल के पास घरौंडा टोल प्लाजा में हरियाणा पुलिस ने बहुत ही ब्रूटल लाठीचार्ज करके जहां एक तरफ दर्जनों किसानों को गंभीर जख्मी किया है, जिसमें बहुत सारे किसानों की हड्डियां टूटी हैं, सर फोड़े हैं और तरह तरह की जख्म जो है शरीर पर आए हैं किसानों के। वहीं दूसरी तरफ सैकड़ों किसानों को जो भी जा रहे थे उनको गिरफ्तार कर लिया गया है। इस बर्बरता का विरोध करने के लिए संयुक्त किसान मोर्चा की तरफ से किसान नेताओं ने फैसला किया है कि हरियाणा में सब टोल प्लाजा के ऊपर और टोल प्लाजा के बगैर भी जहां आप लोग इकट्ठे हो सकते हो, ज़्यादा से ज़्यादा गिनती से इकट्ठे होके रोड ब्लॉक करना है और ये रोड जाम शाम के 5 बजे तक रखना है। शाम से 5 बजे के बाद रोड्स को खोल देना है।
ਇਸ ਸਾਰੇ ਘਟਨਾਕ੍ਰਮ ਦੇ ਦਰਮਿਆਨ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਦੇ ਡੀਐਮ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਬੋਲ ਰਹੇ ਨੇ, ਸਿਰ ਪਾੜ ਦਿਓ, ਇੱਕ ਵੀ ਕਿਸਾਨ ਸੁੱਕਾ ਨਾ ਜਾਵੇ। ਲਾਠੀਚਾਰਜ ਦਾ ਹੁਕਮ ਦੇਣ ਵਾਲੇ ਹਰਿਆਣਾ ਸਰਕਾਰ ਦੇ ਡਿਊਟੀ ਮੈਜਿਸਟ੍ਰੇਟ ਦਾ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਕਹਿ ਰਿਹਾ ਹੈ ਕਿ ਡੀਐਮ ਕੁਝ ਪੁਲਿਸ ਮੁਲਾਜ਼ਮਾਂ ਨੂੰ ਸਖਤ ਦਿਸ਼ਾ ਨਿਰਦੇਸ਼ ਦੇ ਰਹੇ ਨੇ। ਉਹ ਕਹਿ ਰਹੇ ਨੇ ਕਿ ਲਾਏ ਗਏ ਨਾਕੇ ਤੋਂ ਪਾਰ ਇੱਕ ਵੀ ਬੰਦਾ ਨਹੀਂ ਜਾਣਾ ਚਾਹੀਦਾ। ਜੇ ਕੋਈ ਜਾਣ ਦੀ ਕੋਸ਼ਿਸ਼ ਕਰੇ ਤਾਂ ਲਾਠੀਆਂ ਵਰਾ ਦਿਓ ਤੇ ਸਿਰ ਪੱਟਣਾ ਚਾਹੀਦਾ ਹੈ। ਇਹਦੇ ਵਿੱਚ ਡੀਐਮ ਸਿੱਧਾ ਕਿਸਾਨਾਂ ਨੂੰ ਫੱਟੜ ਕਰਨ ਦੇ ਹੁਕਮ ਦੇ ਰਿਹਾ ਹੈ। ਡੀਐਮ ਕਹਿ ਰਿਹਾ ਸੀ ਕਿ ਉਹ 2 ਦਿਨ ਤੋਂ ਜਾ ਕੇ ਡਿਊਟੀ ਕਰ ਰਿਹਾ ਹੈ ਤੇ ਹੁਕਮ ਡੀਐਮ ਦੀ ਹੈਸੀਅਤ ਨਾਲ ਦੇ ਰਿਹਾ ਹੈ। ਡੀਐਮ ਦਾ ਕਹਿਣਾ ਹੈ ਕਿ ਉਸ ਦੇ ਹੁਕਮਾਂ ਤੋਂ ਬਾਅਦ ਕਿਸੇ ਦਿਸ਼ਾ ਨਿਰਦੇਸ਼ ਦੀ ਲੋੜ ਨਹੀਂ ਹੈ। ਇਸ ਤੋਂ ਬਾਅਦ ਡੀਐਮ ਆਪਣੇ ਮੁਲਾਜ਼ਮਾਂ ਨੂੰ ਪੁੱਛਦੇ ਵੀ ਨੇ ਕਿ ਕੋਈ ਡਾਊਟ ਤਾਂ ਮੁਲਾਜ਼ਮ ਨਾਂ ਦੇ ਵਿੱਚ ਸਿਰ ਹਿਲਾ ਦਿੰਦੇ ਨੇ। ਡਿਊਟੀ ਮੈਜਿਸਟ੍ਰੇਟ ਮੁਲਾਜ਼ਮਾਂ ਨੂੰ ਲਾਠੀ ਚਾਰਜ ਦਾ ਹੁਕਮ ਦੇ ਕੇ ਵਾਪਸ ਚਲਾ ਜਾਂਦਾ ਹੈ। 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ, ਐਮਰਜੈਂਸੀ ਮੀਟਿੰਗ ਬੁਲਾਈ ਹੈ 11 ਵਜੇ। ਉਸ ਤੋਂ ਬਾਅਦ ਉਹਦੇ ਵਿੱਚ ਤੈਅ ਹੋਵੇਗਾ, ਐਸਕੇਐਮ ਦੀ ਮੀਟਿੰਗ ਹੋ ਸਕਦਾ ਉਸ ਤੋਂ ਅਗਲੇ ਦਿਨ ਬੁਲਾ ਕੇ ਇਹ ਸਾਰਾ ਕੁਝ ਤੈਅ ਹੋਵੇਗਾ। ਉਸ ਅਫਸਰ ਤੇ ਪੱਕੀ ਕਾਨੂੰਨੀ ਕਾਰਵਾਈ ਹੋਵੇਗੀ ਔਰ ਬਿਲਕੁਲ ਖੱਟੜ ਸਰਕਾਰ ਨੂੰ ਇਸ ਗੱਲ ਤੋਂ ਵਾਰਨਿੰਗ ਦਿੱਤੀ ਜਾਂਦੀ ਹੈ ਵੀ ਇਦਾਂ ਦੇ ਅਫਸਰਾਂ ਨੂੰ ਬਿਲਕੁਲ ਬਰਖਾਸਤ ਕੀਤਾ ਜਾਵੇ। ਜਿਹੜੇ ਅਫਸਰ ਡਿਊਟੀ ਮੈਜਿਸਟ੍ਰੇਟ ਹੋਣ ਦੇ ਨਾਤੇ ਉਹ ਕਿਸਾਨਾਂ ਤੇ ਲਾਠੀਚਾਰਜ ਤੇ ਸਿਰ ਫੋੜਨ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਕੁਰਸੀ ਦੇ ਉੱਪਰ ਬਹਿਣ ਦਾ ਕੋਈ ਹੱਕ ਨਹੀਂ ਹੋਵੇ। ਆਪਾਂ ਬਣਾ ਰਹੇ ਹਾਂ, ਉੱਥੇ ਪਹੁੰਚ ਕੇ ਸਾਰਿਆਂ ਦਾ ਜਾਇਜ਼ਾ ਵੀ ਲਵਾਂਗੇ ਔਰ ਜਿੱਥੇ ਹਰਿਆਣੇ ਦੇ ਕਿਸਾਨ ਕਹਿਣਗੇ ਉੱਥੇ ਨਾਲ ਅਸੀਂ ਬੈਠਾਂਗੇ। ਅੱਜ ਤੱਕ ਇਹ ਸ਼ਾਂਤਮਈ ਅੰਦੋਲਨ ਨੂੰ ਸਰਕਾਰ ਬਿਲਕੁਲ ਜਾਣੀ ਕਿ ਵੀ ਭੰਗ ਕਰਨਾ ਚਾਹੁੰਦੀ ਹੈ। ਇਹ ਮਨਸੂਬੇ ਕਦੀ ਕਾਮਯਾਬ ਨਹੀਂ ਹੋਣਗੇ। ਅਸੀਂ ਇਸ ਚੀਜ਼ ਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ। ਇਹ ਕੰਮ ਜੇਕਰ ਸਰਕਾਰਾਂ ਕਰਨਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਿੱਟੇ ਜਿਹੜੇ ਨੇ ਉਹ ਗੰਭੀਰ ਨਿਕਲਣਗੇ। ਔਰ ਨਾਲ ਦੀ ਨਾਲ ਆਗੂ ਸਭਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਵੀ ਜਿੱਥੇ ਜਿੱਥੇ ਵੀ ਸੜਕਾਂ ਤੇ ਕਿਸਾਨਾਂ ਨੂੰ ਬੈਠਣ ਦੀ ਲੋੜ ਹੈਗੀ ਉੱਥੇ ਬੈਠਾ ਜਾਵੇ ਔਰ ਹਰਿਆਣੇ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਨੇ ਭਾਵੇਂ ਹਾਈਵਾ ਭਾਵੇਂ ਕੋਈ ਦੂਜੀ ਰੋਡ ਹੈਗੀ ਆ ਉਹਨਾਂ ਨੂੰ ਬੰਦ ਕੀਤਾ ਜਾਵੇ। ਸੋ ਕਿਸਾਨਾਂ ਦੇ ਉੱਤੇ ਹੋਏ ਇਸ ਪੁਲਸੀਆ ਤਸ਼ੱਦਦ ਦਾ ਤਕਰੀਬਨ ਸਾਰੇ ਕਿਸਾਨ ਦਰਦੀ ਵਿਰੋਧ ਕਰ ਰਹੇ ਨੇ। ਆਮ ਆਦਮੀ ਪਾਰਟੀ ਨੇ ਵੀ ਕਰਨਾਲ ਵਿੱਚ ਕਿਸਾਨਾਂ ਤੇ ਹੋਏ ਲਾਠੀਚਾਰਜ ਬਾਰੇ ਬੋਲਦਿਆਂ ਕਿਹਾ ਕਿ ਕਰਨਾਲ ਦੇ ਵਿੱਚ ਬੀਜੇਪੀ ਦੀ ਬੈਠਕ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਰੋਧ 'ਚ ਡਟੇ ਕਿਸਾਨਾਂ ਤੇ ਮੋਦੀ ਦੀ ਪੁਲਿਸ ਨੇ ਭਾਰੀ ਲਾਠੀਚਾਰਜ ਕੀਤਾ ਹੈ। ਮੋਦੀ ਜੀ ਯਾਦ ਰੱਖਣਾ, ਕਿਸਾਨਾਂ ਦਾ ਡੁੱਲ ਰਿਹਾ ਇਹ ਖੂਨ ਤੁਹਾਡੀ ਸਰਕਾਰ ਦੇ ਅੰਤ ਦਾ ਕਾਰਨ ਬਣੇਗਾ। ਇਹ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਨੇ ਕਿਹਾ ਤੇ ਨਾਲ ਲਿਖਿਆ, ਸਾਡਾ ਮਾਨ ਅਭਿਮਾਨ ਸਾਡਾ ਕਿਸਾਨ। ਕਿਸਾਨਾਂ ਦੇ ਲਈ ਤਾਮਿਲਨਾਡੂ ਤੋਂ ਇੱਕ ਚੰਗੀ ਖਬਰ ਆਈ ਹੈ, ਜਿੱਥੇ ਵਿਧਾਨ ਸਭਾ ਨੇ ਮਤਾ ਪਾਸ ਕਰਕੇ ਕੇਂਦਰ ਨੂੰ 3 ਖੇਤੀਬਾੜੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ। ਕਿਸਾਨ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਹਰੀ ਇਲਾਕਿਆਂ ਵਿੱਚ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਇਹ ਕਹਿੰਦਿਆਂ ਉਹਨਾਂ ਨੇ ਮਤਾ ਪਾਸ ਕਰ ਦਿੱਤਾ। ਹਾਲਾਂਕਿ ਮੁੱਖ ਵਿਰੋਧੀ ਧਿਰ AIADMK ਅਤੇ ਇਸ ਦੀ ਸਹਿਯੋਗੀ ਭਾਰਤੀ ਜਨਤਾ ਪਾਰਟੀ ਨੇ ਇਸ ਮੁੱਦੇ ਤੇ ਵਾਕਆਊਟ ਕਰ ਦਿੱਤਾ। ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਮੁੱਖ ਮੰਤਰੀ MK ਸਟਾਲਿਨ ਨੇ ਖੁਦ ਇਹ ਮਤਾ ਪੇਸ਼ ਕੀਤਾ। ਪੰਜਾਬ ਦੀ ਸਿਆਸਤ ਨਾਲ ਜੁੜੀਆਂ ਵੱਡੀਆਂ ਖਬਰਾਂ ਵੀ ਤੁਹਾਨੂੰ ਦੱਸਾਂਗੇ। ਇਸ ਤੋਂ ਪਹਿਲਾਂ ਇੱਕ ਜ਼ਰੂਰੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਤੋਂ ਦੂਜੇ ਸੂਬੇ ਦੇ ਵਿੱਚ ਨਿੱਜੀ ਵਾਹਨਾਂ ਦੇ ਤਬਾਦਲੇ ਦੇ ਲਈ ਰਜਿਸਟ੍ਰੇਸ਼ਨ ਹੁਣ ਸੌਖੀ ਕਰ ਦਿੱਤੀ ਗਈ ਹੈ। ਸੜਕੀ ਆਵਾਜਾਈ ਮੰਤਰਾਲੇ ਨੇ ਸੂਬਿਆਂ ਦੇ ਵਿਚਾਲੇ ਨਿੱਜੀ ਵਾਹਨਾਂ ਦੇ ਸੌਖੇ ਤਬਾਦਲੇ ਦੇ ਲਈ ਨਵੀਂ ਰਜਿਸਟ੍ਰੇਸ਼ਨ ਲੜੀ ਸ਼ੁਰੂ ਕੀਤੀ ਹੈ। ਯਾਨੀ ਕਿ ਜੇ ਤੁਸੀਂ ਹਰਿਆਣੇ ਦੇ ਵਿੱਚ ਰਹਿੰਦੇ ਹੋ, ਪੰਜਾਬ ਤੋਂ ਗੱਡੀ ਖਰੀਦੀ ਹੈ ਤੇ ਉਸ ਦਾ ਨੰਬਰ ਤਬਦੀਲ ਕਰਵਾਉਣਾ ਹੈ, ਰਜਿਸਟ੍ਰੇਸ਼ਨ ਕਰਵਾਉਣੀ ਹੈ, ਤਾਂ ਉਹ ਪ੍ਰਕਿਰਿਆ ਸੌਖੀ ਹੋ ਗਈ ਹੈ। ਮੰਤਰਾਲੇ ਨੇ ਇਸ ਵਿਵਸਥਾ ਦੇ ਤਹਿਤ ਨਵੇਂ ਰਜਿਸਟ੍ਰੇਸ਼ਨ ਚਿੰਨ੍ਹ ਭਾਰਤ ਸੀਰੀਜ਼ ਨੂੰ ਨੋਟੀਫਾਈ ਕੀਤਾ ਹੈ, ਜਿਸ ਨੂੰ BH ਸੀਰੀਜ਼ ਕਿਹਾ ਜਾਂਦਾ ਹੈ। ਇਸ ਤਹਿਤ ਵਾਹਨ ਮਾਲਕਾਂ ਨੂੰ ਇੱਕ ਸੂਬਾ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਦੂਸਰੇ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਤਬਦੀਲ ਹੋਣ ਤੇ ਦੁਬਾਰਾ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੋਏਗੀ। ਇਹ ਇੱਕ ਵੱਡੀ ਖਬਰ ਹੈ। ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਬਿਆਨ ਦਿੰਦਿਆਂ ਕਿਹਾ ਕਿ ਭਾਰਤ ਸੀਰੀਜ਼ ਦੇ ਤਹਿਤ ਇਹ ਸਹੂਲਤ ਉਹਨਾਂ ਕਰਮਚਾਰੀਆਂ ਨੂੰ ਮਿਲੇਗੀ ਜੋ ਰੱਖਿਆ ਕਰਮੀ ਨੇ ਜਾਂ ਫਿਰ ਕੇਂਦਰ ਜਾਂ ਸੂਬਾ ਜਾਂ ਨਿੱਜੀ ਖੇਤਰ ਦੇ ਕਰਮਚਾਰੀ ਜਿਨ੍ਹਾਂ ਦੇ ਦਫ਼ਤਰ ਕਈ ਸੂਬਿਆਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਹਨ। ਯਾਨੀ ਕਿ ਉਹਨਾਂ ਦੇ ਦਫ਼ਤਰਾਂ ਦੀ ਇੱਕ ਚੇਨ ਬਣੀ ਹੋਈ ਹੈ ਤੇ ਉਹਨਾਂ ਨੂੰ ਇੱਕ ਸੂਬੇ ਤੋਂ ਦੂਸਰੇ ਸੂਬੇ ਦੇ ਵਿੱਚ ਜੇ ਜਾਣਾ ਪਵੇ ਤਾਂ ਉਹਨਾਂ ਨੂੰ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਪਵੇਗੀ। ਯਾਨੀ ਕਿ ਇਹ ਰਾਹਤ ਹੈਗੀ ਹੈ, ਉਹ ਸਾਰੇ ਲੋਕਾਂ ਦੇ ਲਈ ਨਹੀਂ ਹੈ, ਸਿਰਫ ਕਰਮਚਾਰੀਆਂ ਦੇ ਲਈ ਹੈ ਜਿਹੜੇ ਰੱਖਿਆ ਕਰਮਚਾਰੀ ਨੇ ਜਾਂ ਫਿਰ ਕੇਂਦਰ ਸੂਬਾ ਸਰਕਾਰਾਂ ਦੇ ਵਿੱਚ ਨੇ ਜਾਂ ਫਿਰ ਨਿੱਜੀ ਖੇਤਰ ਦੇ ਉਹ ਕਰਮਚਾਰੀ ਜਿਨ੍ਹਾਂ ਦੇ ਦਫ਼ਤਰ ਕਈ ਸੂਬਿਆਂ ਦੇ ਵਿੱਚ ਸਥਿਤ ਨੇ। BH ਲੜੀ ਦਾ ਰਜਿਸਟ੍ਰੇਸ਼ਨ ਚਿੰਨ੍ਹ YYBH, ਉਸ ਤੋਂ ਬਾਅਦ ਨੰਬਰ ਫਿਰ XX ਹੋਵੇਗਾ। YY ਦਾ ਮਤਲਬ ਪਹਿਲੀ ਰਜਿਸਟ੍ਰੇਸ਼ਨ ਦਾ ਸਾਲ ਹੋਏਗਾ। BH ਭਾਰਤ ਲੜੀ ਦਾ ਕੋਡ ਹੋਏਗਾ। ਉਸ ਤੋਂ ਬਾਅਦ 2 ਚਿੰਨ੍ਹ ਹੈਗੇ ਨੇ, ਹੈਸ਼ਟੈਗ ਤੇ ਇੱਕ ਹੋਰ ਚਿੰਨ੍ਹ, 4 ਅੰਕਾਂ ਦੀ ਸੰਖਿਆ ਹੋਏਗੀ। ਉਸ ਤੋਂ ਬਾਅਦ 4 ਅੰਕਾਂ ਦੀ ਗਿਣਤੀ ਹੋਏਗੀ ਤੇ ਫਿਰ XX 2 ਅੱਖਰ ਹੋਣਗੇ। ਇਸ ਰਜਿਸਟ੍ਰੇਸ਼ਨ ਚਿੰਨ੍ਹ ਵਾਲੇ ਵਾਹਨਾਂ ਦੇ ਮਾਲਕਾਂ ਨੂੰ ਕਿਸੇ ਹੋਰ ਸੂਬੇ ਵਿੱਚ ਤਬਦੀਲ ਹੋਣ ਤੇ ਦੁਬਾਰਾ ਰਜਿਸਟ੍ਰੇਸ਼ਨ ਕਰਨ ਦੀ ਲੋੜ ਨਹੀਂ ਹੋਏਗੀ। ਖਬਰ ਵੱਡੀ ਹੈ ਪਰ ਸਭ ਦੇ ਲਈ ਨਹੀਂ ਹੈ।
ਪੰਜਾਬ ਦੀ ਸਿਆਸਤ ਜਾਂ ਕਹਿ ਲਈਏ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਭੂਚਾਲ ਦੀ ਗੱਲ ਕਰ ਲਈਏ ਤਾਂ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ। ਇਹ ਮੁਲਾਕਾਤ ਕਰੀਬ 1.5 ਘੰਟਾ ਚੱਲੀ। ਮੁਲਾਕਾਤ ਤੋਂ ਬਾਅਦ ਰਾਵਤ ਨੇ ਕਿਹਾ ਕਿ ਅਗਲੇ 2-3 ਦਿਨਾਂ ਦੇ ਵਿੱਚ ਉਹ ਚੰਡੀਗੜ੍ਹ ਜਾਣਗੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨਗੇ। ਰਾਵਤ ਨੇ ਕਿਹਾ ਕਿ ਰਾਹੁਲ ਗਾਂਧੀ ਨਾਲ ਬਹੁਤੀ ਵਿਸਥਾਰ 'ਚ ਗੱਲਬਾਤ ਹੋਈ ਹੈ ਤੇ ਹਰ ਪੱਖ ਤੋਂ ਗੱਲ ਰੱਖੀ ਗਈ ਹੈ। ਨਾਲ ਹੀ ਉਹ ਕੈਪਟਨ ਦੀ ਤਾਰੀਫ ਕਰਦੇ ਵੀ ਦਿਖੇ। ਕਹਿੰਦੇ ਕੈਪਟਨ ਦੀ ਅਗਵਾਈ 'ਚ ਬਹੁਤ ਚੰਗੇ ਕੰਮ ਹੋਏ ਨੇ। 18 ਸੂਤਰੀ ਪ੍ਰੋਗਰਾਮ 'ਚੋਂ ਵੀ ਬਹੁਤ ਸਾਰੇ ਕੰਮ ਹੋ ਚੁੱਕੇ ਨੇ। ਜਦੋਂ ਰਾਵਤ ਤੋਂ ਪੁੱਛਿਆ ਗਿਆ ਕਿ ਅਹੁਦਾ ਛੱਡਣ ਬਾਰੇ ਜੋ ਉਹਨਾਂ ਨੇ ਮੰਗ ਕੀਤੀ ਸੀ ਉਸ ਦਾ ਕੀ ਬਣਿਆ ਤਾਂ ਹਰੀਸ਼ ਰਾਵਤ ਨੇ ਕਿਹਾ ਕਿ ਮੈਂ ਤਾਂ ਆਪਣੇ ਪੰਜਾਬ ਦੇ ਸਾਥੀਆਂ ਨਾਲ ਮਜ਼ਾਕ 'ਚ ਗੱਲ ਕਹੀ ਸੀ। ਪਾਰਟੀ ਦੀ ਜ਼ਿੰਮੇਵਾਰੀ ਨੂੰ ਮੈਂ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗਾ। ਤੇ ਉਧਰ ਸਿੱਧੂ ਦੀਆਂ ਕੀਤੀਆਂ ਜਾਂਦੀਆਂ ਟਿੱਪਣੀਆਂ ਤੋਂ ਬਾਅਦ ਵੀ ਹਾਈਕਮਾਂਡ ਦੀ ਚੁੱਪ ਤੋਂ ਹੈਰਾਨ ਪਰੇਸ਼ਾਨ ਮਨੀਸ਼ ਤਿਵਾੜੀ ਨੇ ਕੁਝ ਵਿਅੰਗਮਈ ਅੰਦਾਜ਼ ਦੇ ਵਿੱਚ ਸ਼ੇਰੋ ਸ਼ਾਇਰੀ ਕੀਤੀ ਹੈ। ਆਪਣੇ ਸ਼ਾਇਰੀ ਵਾਲੇ ਅੰਦਾਜ਼ ਨਾਲ ਦੂਸਰੇ ਲੀਡਰਾਂ ਤੇ ਵਿਅੰਗ ਕੱਸਣ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਹੀ ਲੀਡਰ ਤੇ ਲੋਕ ਸਭਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ਼ੇਰੋ ਸ਼ਾਇਰੀ ਰਾਹੀਂ ਕੋਝੀ ਚੋਬ ਲਾਈ ਹੈ। तिवाड़ी ने ट्वीट किया है, हम आह भी भरते हैं तो हो जाते हैं बदनाम, वो कत्ल भी करते हैं तो चर्चा नहीं होता। तिवाड़ी ने अपने ट्वीट के नाल एक वीडियो भी साझी की है जिहदे विच सिद्धू कह रहे हैं कि मैं हाईकमान नूं कहा है कि वो मैनूं फैसले लैण देण ते मैं यकीनी बनावांगा सूबे विच अगले 2 दहाकिਆਂ तक कांग्रेस तरक्की करेगी, नहीं तो मैं किसी नूं छड्डांगा नहीं, मैं इट दे नाल इट खड़का देंगा। वो वीडियो है जिहड़ी नवजोत सिंह सिद्धू दी वो 2 दिन पहलां दी है, वो तिवाड़ी ने सांझी की है। इस दरम्यान पंजाब कांग्रेस सरकार दे लई एक होर वड्डी चुनौती सामने आके खड़ी हो गई है। आम आदमी पार्टी ਅਤੇ अकाली दल समेत विरोधी पार्टियां ने कैप्टन अमरिंदर सिंह की अगवाई वाली सरकार नूं विधान सभा 'ਚ अपना बहुमत साबित करन दी चुनौती दे दित्ती है। आम आदमी पार्टी के विधायकों का एक वफद विरोधी धिर के लीडर हरपाल सिंह चीमा की अगवाई में राजपाल नूं मिलिया ते दावा किया कि कांग्रेस सरकार इस वक्त घट गिणती विच है। वफद ने मांग की है कि सूबा विधान सभा का विशेष सैशन बुलाया जाए, मुख्यमंत्री नूं सदन दे विच अपनी सरकार का बहुमत साबित करन दे निर्देश दिते जाण। आम आदमी पार्टी वालों जारी बयान के मुताबिक पार्टी लीडरां ने कहा है कि जेकर अमरिंदर सिंह अगले 7 दिनों में सरकार का बहुमत साबित करने में असफल रहते हैं तो विधान सभा को तुरंत भंग कर देना चाहिए। दरअसल 117 मैंबरी पंजाब विधान सभा दे विच कांग्रेस के 80 विधायक ने ते इन्हां विचों कई मंत्रियों ते विधायकों ने तां खुली बगावत कर दी है। हुण कांग्रेस दे विच 2 धड़े बन गए ने ते चीमा ने कहा कि अमरिंदर सिंह ने अपने मंत्रियों विधायकों ते पंजाब के लोगों का विश्वास गुआ दिता है। इस दरम्यान सुखबीर सिंह बादल ने भी अमरिंदर सिंह की अगवाई वाली सरकार नूं अपना बहुमत साबित करने के लिए कहा है। सो मुख्यमंत्री कैप्टन नूं विधान सभा के आने वाले सैशन दे विच अविश्वास प्रस्ताव का सामना हर हाल विच करना पएगा, क्योंकि उन्होंने अपने ज़्यादातर मंत्रियों ਅਤੇ विधायकों का विश्वास गुआ दिता है तो उन्होंने अहुदे ते बने रहने का अधिकार नहीं है। ये कहना है सुखबीर सिंह बादल का। उधर साबका उपराज्यपाल ते साबका राज्यसभा मैंबर डॉक्टर इकबाल सिंह ने ऑल इंडिया कांग्रेस कमेटी प्रधान सोनिया गांधी नूं चिट्ठी लिख के पंजाब कांग्रेस के मौजूदा हालातां ते चिंता प्रगटाई है। उन्होंने लिखा कि मैं एक टकसाली कांग्रेसी होने के नाते पिछले समय तो पंजाब विचाले पार्टी के हालात तो काफ़ी फिक्रमंद हाँ। तो चोणां सिर ते आ रही ने, कांग्रेस सरकार का कलेश खत्म नहीं हुंदा दिखाई दे रहा। इस दरम्यान सरकार होर मुद्दों तो लाहा चुकना चाहती है। चोणां नेड़े वेख के हुण कैप्टन सरकार ने सियासी नफे नुकसान बारे थोड़ा बहुत सोचना तो शुरू कर दिता है, क्योंकि कैप्टन अमरिंदर सिंह ने हुण बिजली खरीद समझौते रद्द करने के लिए लिखती प्रवानगी दे दी है। कैप्टन ने पावरकॉम नूं इन्हां समझौतिਆਂ बारे कानूनी पक्ष मजबूत रखने की हिदायत करदिआं प्राइवेट ताप बिजली घरां नूं नोटिस देने लई कह दिता है। मुख्यमंत्री ने जीवीके पावर लिमिटेड ਅਤੇ दमोदर वैली कारपोरेशन के रघुनाथपुर थर्मल प्रोजैक्ट के नाल होए बिजली खरीद समझौते रद्द करने लई 18 अगस्त जबकि तलवंडी साबो पावर प्लांट ते राजपुरा थर्मल पावर प्लांट नाल होए समझौते रद्द करने की 25 अगस्त नूं प्रवानगी दी है। ते कांग्रेस प्रधान नवजोत सिंह सिद्धू ने भी ट्वीट करके कहा है कि पंजाब दे विच जो नुक्सदार बिजली खरीद समझौते हुए ने वो रद्द किए जाणगे। पंजाब के खजाने के सिर तो बजवें खर्चिਆਂ ਦਾ ਭਾਰ ਲਾਉਂਦੇ ਹੋਏ पंजाब के लोगों ਨੂੰ ਪਹਿਲਾਂ ही ਦਿੱਤੀ ਜਾ ਰਹੀ 10,000 ਕਰੋੜ ਤੋਂ ਵੱਧ ਦੀ ਬਿਜਲੀ ਸਬਸਿਡੀ ਦੇ ਨਾਲ ਘਰੇਲੂ ਵਰਤੋਂ ਲਈ 3 ਰੁਪਏ ਪ੍ਰਤੀ ਯੂਨਿਟ ਤੇ ਉਦਯੋਗਿਕ ਵਰਤੋਂ ਦੇ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਵੀ ਅਸੀਂ ਮੁਹੱਈਆ ਕਰਵਾਵਾਂਗੇ।
ਉਧਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕੈਪਟਨ ਸਾਹਿਬ ਦੇ ਖਾਸਮ ਖਾਸ ਰਾਣਾ ਗੁਰਜੀਤ ਸਿੰਘ ਨੂੰ ਵੱਡਾ ਝਟਕਾ ਲੱਗਿਆ। ਬੁੱਟਰ ਸਿਵੀਆ ਸਮੇਤ 2 ਹੋਰ ਪਿੰਡਾਂ ਦੀਆਂ ਪੰਚਾਇਤਾਂ ਬੁੱਟਰ ਖੁਰਦ ਅਤੇ ਦਿਆਲਗੜ੍ਹ ਦੇ ਵੱਲੋਂ ਆਪਣੀਆਂ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੋਇਆਂ ਐਮਐਲਏ ਗੁਰਜੀਤ ਸਿੰਘ ਰਾਣਾ ਦੀ ਨਵੀਂ ਖੰਡ ਮਿੱਲ ਦੇ ਵਿੱਚ ਨਵੀਂ ਉਸਾਰੀ ਕਰਨ ਤੇ ਰੋਕ ਲਾਉਣ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਸੋ ਰਾਣਾ ਦੀ ਖੰਡ ਮਿੱਲ ਨੂੰ ਨੋਟਿਸ ਜਾਰੀ ਕਰਕੇ ਇਹਦੇ ਵਿੱਚ ਕਿਹਾ ਗਿਆ ਕਿ ਇਹ ਸਥਾਨਕ ਖੇਤਰ ਵਿੱਚ ਵੱਧ ਰਹੇ ਪ੍ਰਦੂਸ਼ਣ ਕਾਰਨ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਉਸ ਕਰਕੇ ਮਿੱਲ ਪ੍ਰਬੰਧਕੀ ਟੀਮ ਦੇ ਵੱਲੋਂ ਕਿਸ ਪਿੰਡ ਦੇ ਵਿੱਚ ਕਿਸੇ ਵੀ ਕਿਸਮ ਦੀ ਨਵੀਂ ਉਸਾਰੀ ਕਰਨ ਤੇ ਅਸੀਂ ਮੁਕੰਮਲ ਰੋਕ ਲਾਉਂਦੇ ਹਾਂ। ਸਥਾਨਕ ਲੋਕਾਂ ਨੇ ਗ੍ਰਾਮ ਸਭਾ ਇਜਲਾਸ ਵਿੱਚ ਇਹ ਹੁਕਮ ਜਾਰੀ ਕੀਤਾ ਕਿ ਜਦੋਂ ਤੱਕ ਇਹਨਾਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਰੋਕ ਜਾਰੀ ਰਹੇਗੀ। ਸੋ ਇਹ ਤਿੰਨਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੇ ਇਹ ਚਿੱਠੀ ਹੈ ਜਿਹੜੀ ਉਸ ਦਾ ਉਤਾਰਾ ਸੀਐਮ ਕੈਪਟਨ, ਪ੍ਰਧਾਨ ਮੰਤਰੀ ਮੋਦੀ, ਪੰਜਾਬ ਦੇ ਸਿਹਤ ਮੰਤਰੀ, ਕੇਂਦਰੀ ਵਾਤਾਵਰਣ ਮੰਤਰੀ ਸਮੇਤ ਹੋਰ ਬਹੁਤ ਸਾਰੇ ਵਿਭਾਗਾਂ ਨੂੰ ਇਸ ਦੇ ਉਤਾਰੇ ਨੇ ਜਿਹੜੇ ਭੇਜੇ ਗਏ ਨੇ। ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਖਬਰ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਲਿਆਂਵਾਲਾ ਬਾਗ ਯਾਦਗਾਰ ਦਾ ਵਰਚੁਅਲ ਉਦਘਾਟਨ ਕੀਤਾ ਗਿਆ। ਯਾਨੀ ਕਿ ਹੁਣ ਜਲਿਆਂਵਾਲਾ ਬਾਗ ਹੈ ਜਿਹੜਾ 1 ਸਾਲ ਤੋਂ ਵੀ ਵੱਧ ਸਮੇਂ ਤੋਂ ਬਾਅਦ ਲੋਕਾਂ ਦੇ ਲਈ ਖੁੱਲੇਗਾ। ਪਰ ਨਰਿੰਦਰ ਮੋਦੀ ਦੇ ਉਦਘਾਟਨ ਕਰਨ ਤੋਂ ਪਹਿਲਾਂ ਹੀ ਇੱਥੇ ਨੌਜਵਾਨ ਜਥੇਬੰਦੀਆਂ ਨੇ ਵਿਰੋਧ ਕੀਤਾ, ਬਾਗ ਦੇ ਬਾਹਰ ਧਰਨਾ ਦਿੱਤਾ। ਧਰਨਾ ਦੇਣ ਵਾਲੀਆਂ ਜਥੇਬੰਦੀਆਂ ਦੇ ਵਿੱਚ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ, ਯੂਥ ਵਿੰਗ ਤੇ ਕਿਸਾਨ ਜਥੇਬੰਦੀ ਦੇ ਕਾਰਕੁਨ ਸ਼ਾਮਲ ਸਨ। ਪ੍ਰਦਰਸ਼ਨਕਾਰੀ ਝੰਡੇ, ਬੈਨਰ ਤੇ ਤਖਤੀਆਂ ਲੈ ਕੇ ਜਲਿਆਂਵਾਲਾ ਬਾਗ ਦੇ ਬਾਹਰ ਧਰਨੇ ਤੇ ਬਹਿ ਗਏ। ਨੌਜਵਾਨ ਭਾਰਤ ਸਭਾ ਦੇ ਰੁਪਿੰਦਰ ਸਿੰਘ ਮੰਗਾਜ਼ਾਦ ਤੇ ਹੋਰਾਂ ਨੇ ਦੱਸਿਆ ਕਿ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਸੀ ਕਿ ਬੀਜੇਪੀ ਲੀਡਰਾਂ ਦਾ ਵਿਰੋਧ ਕੀਤਾ ਜਾਏਗਾ, ਉਹਨਾਂ ਨੂੰ ਕਿਧਰੇ ਬੋਲਣ ਨਹੀਂ ਦਿੱਤਾ ਜਾਏਗਾ। ਇਸ ਦੇ ਤਹਿਤ ਅਸੀਂ ਵੀ ਪ੍ਰਧਾਨ ਮੰਤਰੀ ਦੇ ਵਰਚੁਅਲ ਪ੍ਰੋਗਰਾਮ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਬੀਜੇਪੀ ਲੀਡਰ ਨੂੰ ਵਰਚੁਅਲੀ ਬੋਲਣ ਨਹੀਂ ਦਿੱਤਾ ਜਾਏਗਾ। ਉਹਨਾਂ ਦੋਸ਼ ਲਾਇਆ ਕਿ ਬੀਜੇਪੀ ਸਰਕਾਰ ਸੁੰਦਰੀਕਰਨ ਦੇ ਨਾਂ ਤੇ ਸ਼ਹੀਦੀ ਯਾਦਗਾਰ ਦੇ ਇਤਿਹਾਸ ਦੇ ਨਾਲ ਛੇੜਛਾੜ ਕਰ ਰਹੀ ਹੈ। ਇਸ ਦੇ ਹਿੰਦੂ ਇਤਿਹਾਸ ਨੂੰ ਹਿੰਦੂਵਾਦ ਦੇ ਨਜ਼ਰੀਏ ਤੋਂ ਦਰਸਾਉਣਾ ਚਾਹੁੰਦੀ ਹੈ, ਜਿਸ ਤੇ ਨੌਜਵਾਨ ਜਥੇਬੰਦੀਆਂ ਨੂੰ ਸਖਤ ਇਤਰਾਜ਼ ਹੈ। ਇਸ ਲਈ ਅਸੀਂ ਵਿਰੋਧ ਕਰ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕੁਝ ਦਿਨ ਸਲਾਹ ਕਰ ਰਹੇ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਵਾਉਣ ਦੀ ਮੰਗ ਕੀਤੀ ਹੈ। ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਮਾਲੀ ਦੇ ਖਿਲਾਫ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਜਾਵੇ, ਕਿਉਂਕਿ ਮਾਲੀ ਨੇ ਕਸ਼ਮੀਰ ਉੱਤੇ ਭਾਰਤ ਵੱਲੋਂ ਜਬਰੀ ਕਬਜ਼ਾ ਕੀਤੇ ਜਾਣ ਦੀ ਗੱਲ ਕੀਤੀ ਹੈ ਤੇ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਭੜਕਾਇਆ ਹੈ। ਮਜੀਠੀਆ ਨੇ ਕਿਹਾ ਕਿ ਮਾਲੀ ਦਾ ਅਸਤੀਫਾ ਕਾਫੀ ਨਹੀਂ ਹੈ, ਮਾਲੀ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋਣਾ ਹੀ ਚਾਹੀਦਾ ਹੈ ਤੇ ਜੇਕਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਇਸ ਤੇ ਹੁਕਮ ਨਹੀਂ ਦਿੰਦੇ ਤਾਂ ਸਪਸ਼ਟ ਹੋ ਜਾਏਗਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਸੋਚ ਤਾਲਿਬਾਨ ਦੇ ਨਾਲ ਰਲੀ ਹੋਈ ਹੈ। ਮਜੀਠੀਆ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੀ ਇਕਲੌਤੀ ਪਾਰਟੀ ਅਕਾਲੀ ਦਲ ਹੈ ਜੋ ਸੂਬੇ ਦਾ ਭਲਾ ਕਰ ਸਕਦੀ ਹੈ, ਬਾਕੀ ਸਾਰੇ ਤਾਂ ਸੂਬੇ ਨੂੰ ਲੁੱਟਣ ਤੇ ਹੀ ਲੱਗੇ ਰਹਿੰਦੇ ਨੇ। ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਹੋਣ ਤੋਂ ਬਾਅਦ ਵੀ ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਮੁਸ਼ਕਿਲਾਂ ਖਤਮ ਨਹੀਂ ਹੁੰਦੀਆਂ ਦਿਖਾਈ ਦੇ ਰਹੀਆਂ, ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਗੁਰਦਾਸ ਮਾਨ ਦਾ ਪੁਤਲਾ ਫੂਕਿਆ ਗਿਆ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਨੁਮਾਇੰਦਿਆਂ ਨੇ ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ ਦੇ ਸਾਹਮਣੇ ਗੁਰਦਾਸ ਮਾਨ ਦੀ ਅਰਥੀ ਫੂਕੀ। ਸੈਫੀ ਪਾਰਟੀ ਨੇ ਵਾਈਸ ਚਾਂਸਲਰ ਨੂੰ ਮੰਗ ਪੱਤਰ ਸੌਂਪ ਕੇ ਜਿਹੜੀ ਮੰਗ ਕੀਤੀ ਹੈ ਕਿ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਗੁਰਦਾਸ ਮਾਨ ਦੀ ਡੀ.ਲਿਟ ਦੀ ਡਿਗਰੀ ਨੂੰ ਤੁਰੰਤ ਵਾਪਸ ਲਿਆ ਜਾਵੇ। ਜਥੇਬੰਦੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਚਿੱਠੀ ਲਿਖਦਿਆਂ ਧਾਰਮਿਕ ਨਿਯਮਾਂ ਦੇ ਮੁਤਾਬਿਕ ਗੁਰਦਾਸ ਮਾਨ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ। ਸੈਫੀ ਇਕਾਈ ਦੇ ਪ੍ਰਧਾਨ ਯਾਦਵਿੰਦਰ ਸਿੰਘ ਨੇ ਕਿਹਾ ਹੈ ਕਿ ਗੁਰਦਾਸ ਮਾਨ ਦੀ ਇਸ ਟਿੱਪਣੀ ਨੇ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਪਹਿਲੀ ਵਾਰੀ ਨਹੀਂ ਇਹ। ਉਹਨਾਂ ਕਿਹਾ ਕਿ ਗੁਰਦਾਸ ਮਾਨ ਨੇ ਇਸ ਤੋਂ ਪਹਿਲਾਂ ਵੀ 2019 ਵਿੱਚ ਕੈਨੇਡਾ ਦੇ ਇੱਕ ਰੇਡੀਓ ਚੈਨਲ ਤੇ ਗੱਲ ਕਰਦਿਆਂ ਪੰਜਾਬੀ ਭਾਸ਼ਾ ਪ੍ਰਤੀ ਨਕਾਰਾਤਮਕ ਭੂਮਿਕਾ ਨਿਭਾਈ ਸੀ ਤੇ ਜਦੋਂ ਚੱਲਦੇ ਸ਼ੋਅ ਦੌਰਾਨ ਚਰਨਜੀਤ ਸਿੰਘ ਦੇ ਵੱਲੋਂ ਇੱਕ ਸੰਕੇਤਕ ਵਿਰੋਧ ਕੀਤਾ ਗਿਆ ਤਾਂ ਗੁਰਦਾਸ ਮਾਨ ਨੇ ਬਹੁਤ ਹੀ ਘਟੀਆ ਦਰਜੇ ਦੀ ਸ਼ਬਦਾਵਲੀ ਵਰਤੀ ਜੋ ਕਿ ਨਿੰਦਣਯੋਗ ਸੀ। ਉਦੋਂ ਵੀ ਇਸ ਜਥੇਬੰਦੀ ਨੇ ਗੁਰਦਾਸ ਮਾਨ ਨੂੰ ਜਿਹੜੀ 2012 ਦੇ ਵਿੱਚ 36ਵੀਂ ਕਨਵੋਕੇਸ਼ਨ ਸਮੇਂ ਡੀ.ਲਿਟ ਦੀ ਡਿਗਰੀ ਦਿੱਤੀ ਗਈ ਸੀ ਉਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ। ਉਧਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਨਵੀਂ ਫਿਲਮ ਪੁਆੜਾ ਦਾ ਵਿਵਾਦ ਹੱਲਣ ਦਾ ਨਾਂ ਨਹੀਂ ਲੈ ਰਿਹਾ। ਸੋਸ਼ਲ ਮੀਡੀਆ ਤੇ ਕੁਝ ਸਮਾਜਿਕ ਚਿੰਤਕ ਐਮੀ ਵਿਰਕ ਦੀ ਫਿਲਮ ਨੂੰ ਖੇਤੀ ਕਾਨੂੰਨਾਂ ਦੇ ਨਾਲ ਜੋੜ ਕੇ ਇਸ ਲਈ ਗਲਤ ਠਹਿਰਾ ਰਹੇ ਨੇ ਕਿਉਂਕਿ ਐਮੀ ਦੀ ਫਿਲਮ ਜ਼ੀ ਮੀਡੀਆ ਦੀ ਸਪਾਂਸਰ ਹੈ ਤੇ ਜ਼ੀ ਮੀਡੀਆ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੇ ਖਿਲਾਫ ਖਬਰਾਂ ਚਲਾ ਕੇ ਮਾੜਾ ਪ੍ਰਚਾਰ ਕਰ ਰਿਹਾ ਹੈ। ਫਿਲਮਾਂ ਦੇ ਵੱਡੇ ਪਰਦੇ ਤੇ ਆਉਣ ਤੋਂ ਬਾਅਦ ਐਮੀ ਵਿਰਕ ਲਗਾਤਾਰ ਲੋਕਾਂ ਦੇ ਨਿਸ਼ਾਨੇ ਤੇ ਹੈ ਕਿ ਲੋਕ ਐਮੀ ਵਿਰਕ ਨੂੰ ਚੰਗਾ
ਮਾੜਾ ਸਭ ਕੁਝ ਕਹਿ ਰਹੇ ਨੇ। ਇਸ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਨੇ ਵੀ ਐਮੀ ਵਿਰਕ ਦਾ ਵਿਰੋਧ ਠੱਲਣ ਦੀ ਕੋਸ਼ਿਸ਼ ਕੀਤੀ ਹੈ। ਪੋਸਟਰ ਸੋਸ਼ਲ ਮੀਡੀਆ ਦੇ ਉੱਤੇ ਐਮੀ ਦੀ ਗਲਤੀ ਨੂੰ ਮਾਫ ਕਰਨ ਦੀ ਗੱਲ ਕਰ ਰਿਹਾ ਹੈ। ਇਹਦੇ ਵਿੱਚ ਕਿਹਾ ਗਿਆ ਕਿ ਬੰਦੇ ਨੂੰ ਇੰਨਾ ਵੀ ਨਾ ਝੁਕਾਓ ਕਿ ਉਹ ਟੁੱਟ ਹੀ ਜਾਵੇ। ਮੰਨ ਲਓ ਐਮੀ ਤੋਂ ਗਲਤੀ ਹੋਈ ਹੈ, ਪਰ ਇਸ ਸਟੇਟਮੈਂਟ ਤੋਂ ਬਾਅਦ ਗੱਲ ਤੇ ਮਿੱਟੀ ਪਾਉਣੀ ਚਾਹੀਦੀ ਹੈ। ਇੱਕ ਗਲਤੀ ਕਰਨ ਕਰਕੇ ਬੰਦੇ ਦੇ ਦੂਸਰੇ ਚੰਗੇ ਕੰਮਾਂ ਨੂੰ ਅੱਖੋਂ ਪਰੋਖੇ ਕਰਨਾ ਵੀ ਗਲਤ ਹੈ। ਦਿੱਲੀ ਦੇ ਵਿੱਚ ਡੀਐਸਜੀਐਮਸੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਹਨਾਂ ਸਾਰੇ ਮੈਂਬਰਾਂ ਨੂੰ ਸਿਰੋਂ ਪਾਉ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਜਗੀਰ ਕੌਰ ਨੇ ਕਿਹਾ ਕਿ ਸਿਰਸਾ ਨੇ ਮਾਨਵਤਾ ਦੀ ਭਲਾਈ ਲਈ ਬਹੁਤ ਸਾਰੀਆਂ ਇਮਾਰਤਾਂ ਬਣਾਈਆਂ, ਕਿਸਾਨਾਂ ਦਾ ਸਾਥ ਦਿੱਤਾ ਹੈ। ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਝਾਰਖੰਡ ਦੀ ਰਾਮਗੜ੍ਹ ਛਾਉਣੀ ਦੇ ਵਿੱਚ ਸਿੱਖ ਰੈਜੀਮੈਂਟਲ ਸੈਂਟਰ ਵਿੱਚ ਆਪਣੀ ਸਥਾਪਨਾ ਦੇ 175 ਸਾਲ ਪੂਰੇ ਹੋਣ ਤੇ ਸਮਾਗਮ ਕੀਤਾ। ਸਿੱਖ ਰੈਜੀਮੈਂਟ ਭਾਰਤੀ ਫੌਜ ਦੀਆਂ ਸਾਰੀਆਂ ਰੈਜੀਮੈਂਟਾਂ ਵਿੱਚ ਸਭ ਤੋਂ ਵੱਧ ਸਨਮਾਨਿਤ ਹੈ। ਸਮਾਰੋਹ ਦੀ ਸ਼ੁਰੂਆਤ ਰੈਜੀਮੈਂਟਲ ਵਾਰ ਮੈਮੋਰੀਅਲ ਦੇ ਵਿੱਚ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ ਹੋਈ, ਜਿਸ ਤੋਂ ਬਾਅਦ ਸਿੱਖ ਰੈਜੀਮੈਂਟ ਦੇ ਕਰਨਲ ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਨੇ ਵੀਡੀਓ ਕਾਨਫਰੰਸ ਰਾਹੀਂ ਫੌਜੀਆਂ ਨੂੰ ਸੰਬੋਧਨ ਕੀਤਾ। ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਆਖਿਰਕਾਰ ਕੇਸਾਂ ਦੀ ਸੁਣਵਾਈ ਕਦੋਂ ਹੋਵੇਗੀ, ਕਿਉਂਕਿ ਮੁਲਤਵੀ ਕੀਤੀ ਜਾ ਰਹੀ ਹੈ। ਹਾਈਕੋਰਟ ਨੇ 1 ਸਤੰਬਰ ਤੋਂ 30 ਸਤੰਬਰ ਵਿੱਚ ਲੱਗੇ ਕੇਸਾਂ ਦੀ ਸੁਣਵਾਈ 2 ਦਸੰਬਰ ਤੋਂ 17 ਜਨਵਰੀ 2022 ਦੀਆਂ ਤਰੀਕਾਂ ਦੇ ਲਈ ਮੁਲਤਵੀ ਕਰ ਦਿੱਤੀ ਹੈ। ਹਾਈਕੋਰਟ ਨੇ ਅਗਾਊਂ ਜ਼ਮਾਨਤ, ਰੈਗੂਲਰ ਜ਼ਮਾਨਤ, ਅਪਰਾਧਿਕ ਸੋਧ ਜ਼ਮਾਨਤ, ਹੈਬਿਸ ਕਾਰਪਸ ਪਟੀਸ਼ਨ, ਅਪਰਾਧਿਕ ਰਿਟ ਪਟੀਸ਼ਨ ਤੇ ਐਨਆਈਸੀ ਵੱਲੋਂ ਮੁਲਤਵੀ ਨਹੀਂ ਕੀਤੀ ਜਾ ਸਕਦੀ, ਇਹ ਕਿਹਾ ਹੈ। ਦਿੱਲੀ ਦੀ ਅਦਾਲਤ ਨੇ ਪੰਜਾਬੀ ਗਾਇਕ ਅਤੇ ਅਭਿਨੇਤਾ ਯੋਜੋ ਹਨੀ ਸਿੰਘ ਨੂੰ ਉਸਦੀ ਪਤਨੀ ਵੱਲੋਂ ਦਾਇਰ ਘਰੇਲੂ ਹਿੰਸਾ ਦੇ ਕੇਸ ਵਿੱਚ ਪੇਸ਼ ਨਾ ਹੋਣ ਤੇ ਖਾਸੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਮੈਟਰੋਪੋਲੀਟਨ ਮੈਜਿਸਟ੍ਰੇਟ ਤਾਨੀਆ ਸਿੰਘ ਨੇ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਦੇਖ ਕੇ ਹੈਰਾਨ ਆ ਕਿ ਕਿਵੇਂ ਇਸ ਕੇਸ ਨੂੰ ਕਿੰਨੇ ਹਲਕੇ ਢੰਗ ਨਾਲ ਲਿਆ ਜਾ ਰਿਹਾ ਹੈ। ਗਾਇਕ ਨੇ ਮੈਡੀਕਲ ਆਧਾਰ ਤੇ ਕੇਸ ਵਿੱਚ ਪੇਸ਼ੀ ਤੋਂ ਛੋਟ ਹੋਣ ਦੇ ਲਈ ਅਰਜ਼ੀ ਦਾਇਰ ਕੀਤੀ ਹੈ, ਜਦਕਿ ਹਨੀ ਸਿੰਘ ਦੀ ਪਤਨੀ ਸ਼ਾਲਨੀ ਤਲਵਾੜ ਅਦਾਲਤ ਵਿੱਚ ਹਾਜ਼ਰ ਸੀ। ਨਾਰਾਜ਼ਗੀ ਜ਼ਾਹਿਰ ਕਰਦਿਆਂ ਅਦਾਲਤ ਨੇ ਗਾਇਕ ਦੇ ਵਕੀਲ ਨੂੰ ਕਿਹਾ, ਹਨੀ ਸਿੰਘ ਪੇਸ਼ ਨਹੀਂ ਹੋਇਆ, ਤੁਸੀਂ ਉਹਨਾਂ ਦੀ ਆਮਦਨੀ ਦਾ ਹਲਫਨਾਮਾ ਦਾਖਲ ਨਹੀਂ ਕੀਤਾ ਤੇ ਦਲੀਲਾਂ ਤਿਆਰ ਨਹੀਂ ਕੀਤੀਆਂ, ਇਹ ਕੋਈ ਮਜ਼ਾਕ ਹੋ ਰਿਹਾ ਹੈ। ਮੈਜਿਸਟ੍ਰੇਟ ਨੇ ਗਾਇਕ ਹਨੀ ਸਿੰਘ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਇੱਕ ਆਖਰੀ ਮੌਕਾ ਦਿੱਤਾ। ਸ਼ਾਲਨੀ ਤਲਵਾੜ ਨੇ ਆਪਣੇ ਗਾਇਕ ਤੇ ਅਦਾਕਾਰ ਪਤੀ ਵਿਰੁੱਧ ਘਰੇਲੂ ਹਿੰਸਾ ਦਾ ਕੇਸ ਦਾਇਰ ਕੀਤਾ ਹੈ ਤੇ ਮੁਆਵਜ਼ੇ ਦੇ ਵਜੋਂ 20 ਕਰੋੜ ਰੁਪਏ ਦੀ ਮੰਗ ਵੀ ਕੀਤੀ ਹੈ। ਅਫਗਾਨਿਸਤਾਨ ਦੇ ਹਾਲਾਤਾਂ ਦੀਆਂ ਕੁਝ ਅਹਿਮ ਅਪਡੇਟਸ ਤੁਹਾਨੂੰ ਦੱਸ ਦਿੰਦੇ ਹਾਂ। ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਬੰਬ ਧਮਾਕਿਆਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 170 ਦੱਸੀ ਜਾ ਰਹੀ ਹੈ ਤੇ ਇਹ ਗਿਣਤੀ ਹਾਲੇ ਹੋਰ ਵੀ ਵੱਧ ਸਕਦੀ ਹੈ। ਅਮਰੀਕਾ ਨੇ ਇਸ ਦਰਮਿਆਨ ਕਿਹਾ ਕਿ ਅਸੀਂ ਲੋਕਾਂ ਨੂੰ ਉੱਥੋਂ ਕੱਢਣ ਦਾ ਮਿਸ਼ਨ ਆਪਣੀ ਮਿਆਦ ਦੇ ਆਖਰੀ ਪਲ ਤੱਕ ਜਾਰੀ ਰੱਖਾਂਗੇ, ਯਾਨੀ ਕਿ 31 ਅਗਸਤ ਤੱਕ। ਅਮਰੀਕਾ ਨੇ ਇਹ ਵੀ ਕਿਹਾ ਕਿ ਇਸਲਾਮਿਕ ਸਟੇਟ ਦੇ ਵੱਲੋਂ ਹਮਲਿਆਂ ਦੇ ਖਤਰਿਆਂ ਦੇ ਬਾਵਜੂਦ ਇਵੈਕੂਏਸ਼ਨ ਦੀ ਸਮਾਂ ਸੀਮਾ ਦੇ ਆਖਰੀ ਪਲ ਤੱਕ ਅਸੀਂ ਕਾਬੁਲ ਦੇ ਵਿੱਚੋਂ ਲੋਕਾਂ ਨੂੰ ਕੱਢਦੇ ਰਹਾਂਗੇ, ਪਰ ਆਖਰੀ ਪਲ ਤੋਂ ਬਾਅਦ ਵੀ ਜਿਹੜੇ ਲੋਕ ਉੱਥੇ ਰਹਿ ਜਾਣਗੇ ਉਹਨਾਂ ਦਾ ਕੀ, ਉਸ ਬਾਰੇ ਅਮਰੀਕਾ ਕੋਈ ਵੀ ਬਿਆਨ ਨਹੀਂ ਦੇ ਰਿਹਾ। ਇਸੇ ਦਰਮਿਆਨ ਵੱਡੀ ਖਬਰ ਇਹ ਹੈ ਕਿ ਅਮਰੀਕਾ ਨੇ ਅਫਗਾਨਿਸਤਾਨ ਦੇ ਵਿੱਚ ISIS-K ਦੇ ਸਾਜ਼ਿਸ਼ ਘਾੜੇ ਤੇ ਹਮਲਾ ਕੀਤਾ ਹੈ। ਅਮਰੀਕੀ ਫੌਜ ਨੇ ਕਿਹਾ ਹੈ ਕਿ ਅਸੀਂ ਅਫਗਾਨਿਸਤਾਨ ਦੇ ਵਿੱਚ ਇਸਲਾਮਿਕ ਸਟੇਟ ਗਰੁੱਪ ਦੇ ਮੈਂਬਰਾਂ ਤੇ ਹਵਾਈ ਹਮਲਾ ਕੀਤਾ ਹੈ। ਅਮਰੀਕੀ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਸਲਾਮੀ ਗਰੁੱਪ ਦੇ ਜਿਹੜੇ ਯੋਜਨਾ ਘਾੜੇ ਨੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ, ਯਾਨੀ ਕਿ ਸਾਜ਼ਿਸ਼ ਰਚਣ ਵਾਲੇ ਦੇ ਵਿਰੁੱਧ ਡਰੋਨ ਹਮਲਾ ਕੀਤਾ ਹੈ ਅਮਰੀਕਾ ਨੇ ਅਫਗਾਨਿਸਤਾਨ ਦੇ ਵਿੱਚ। ਕਾਬੁਲ ਹਵਾਈ ਅੱਡੇ ਤੇ ਹੋਏ ਆਤਮਘਾਤੀ ਬੰਬ ਧਮਾਕਿਆਂ ਦੇ 48 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਅਮਰੀਕਾ ਨੇ ਜਵਾਬੀ ਕਾਰਵਾਈ ਕੀਤੀ ਹੈ। ਇਹ ਹਮਲਾ IS-K ਗਰੁੱਪ ਖਿਲਾਫ ਨਾਂਗਰ ਸੂਬੇ ਦੇ ਵਿੱਚ ਪਲੈਨਲ ਆਪਰੇਸ਼ਨ ਦੇ ਤਹਿਤ ਕੀਤਾ ਗਿਆ। ਅਮਰੀਕਾ ਨੇ ਕਿਹਾ ਕਿ ਅਸੀਂ ਇਸ ਹਮਲੇ ਨੂੰ ਨਾਂਗਾਹਾਰ ਸੂਬੇ ਦੇ ਵਿੱਚ ਡਰੋਨ ਰਾਹੀਂ ਅੰਜਾਮ ਦਿੱਤਾ ਹੈ। ਦਰਅਸਲ ਹਵਾਈ ਅੱਡੇ ਦੇ ਬਾਹਰ ਹੋਏ ਧਮਾਕਿਆਂ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਪ੍ਰੈਸ ਕਾਨਫਰੰਸ ਕਰਕੇ ਕਾਬੁਲ ਧਮਾਕੇ ਦੇ ਜ਼ਿੰਮੇਦਾਰਾਂ ਨੂੰ ਲੱਭ ਲਿਆਉਣ ਦਾ ਦਾਅਵਾ ਕੀਤਾ ਸੀ। ਉਧਰ ਤਾਲਿਬਾਨ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਕਾਬੁਲ 에ਅਰਪੋਰਟ ਅੰਦਰ ਪੋਜੀਸ਼ਨਾਂ ਲੈ ਲਈਆਂ ਨੇ ਤੇ ਅਮਰੀਕੀ ਫੌਜ ਦੇ ਜਾਂਦਿਆਂ ਹੀ ਕੰਟਰੋਲ ਸਾਂਭ ਲਵਾਂਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਸਾਡੇ ਕੁਝ ਭਾਰਤੀ ਨਾਗਰਿਕ ਹਾਲੇ ਬਚੇ ਰਹਿ ਸਕਦੇ ਨੇ, ਅਜਿਹੀ ਸੰਭਾਵਨਾ ਹੈ, ਪਰ ਕੱਲ ਹੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਹਿ ਦਿੱਤਾ ਸੀ ਕਿ ਸਾਡੀ ਜਿਹੜੀ ਆਖਰੀ ਫਲਾਈਟ ਹੈ ਉਹਦੇ ਵਿੱਚ 40 ਜਣੇ ਭਾਰਤ ਪਹੁੰਚੇ ਨੇ, ਪਰ ਜਿਹੜੇ ਬਾਕੀ ਉੱਥੇ ਰਹਿ ਗਏ ਉਹਨਾਂ ਨੂੰ ਕੌਣ ਤੇ ਕਿਵੇਂ ਲੈ ਕੇ ਆਊਗਾ, ਇਸ ਬਾਰੇ ਕੁਝ ਵੀ ਸਪਸ਼ਟੀਕਰਨ ਨਹੀਂ ਹੈ। ਕਾਬੁਲ ਦੇ ਵਿੱਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਤਾਲਿਬਾਨ ਨੇ ਮਹਿਲਾ ਸਿਹਤ ਵਰਕਰਾਂ ਨੂੰ ਕੰਮ ਤੇ ਵਾਪਸ ਆਉਣ ਲਈ ਕਹਿ ਦਿੱਤਾ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਦੇ ਟਵਿੱਟਰ ਹੈਂਡਲ ਤੇ ਲਿਖਿਆ ਗਿਆ ਕਿ ਇਸਲਾਮੀ ਅਮੀਰਾਤ ਦੇ ਸਿਹਤ ਮੰਤਰਾਲੇ ਨੇ ਸਾਰੀਆਂ ਮਹਿਲਾ ਸਿਹਤ ਕਰਮੀਆਂ ਨੂੰ ਕੇਂਦਰ ਤੇ ਸੂਬਿਆਂ ਦੇ ਵਿੱਚ ਨਿਯਮਿਤ ਤੌਰ ਤੇ ਆਪਣੇ ਕੰਮ ਤੇ ਵਾਪਸ ਆਉਣ ਨੂੰ ਕਿਹਾ ਹੈ। ਇਸਲਾਮਿਕ ਅਮੀਰਾਤ ਦੇ ਵੱਲੋਂ ਉਹਨਾਂ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਪਾਈ ਜਾਏਗੀ। ਅਮਰੀਕਾ ਵਿੱਚ ਪੈਂਟਾਗਨ ਨੇ ਕਿਹਾ ਕਿ ਕਾਬੁਲ ਹਵਾਈ ਅੱਡੇ ਦੇ ਬਾਹਰ ਸਿਰਫ ਇੱਕੋ ਧਮਾਕਾ ਹੋਇਆ ਸੀ, ਜਦਕਿ ਹੁਣ ਤੱਕ ਖਬਰਾਂ ਇਹੀ ਚੱਲਦੀਆਂ ਰਹੀਆਂ ਨੇ ਕਿ 2 ਬੰਬ ਧਮਾਕੇ ਹੋਏ ਨੇ।
ਬਰਤਾਨੀਆ ਨੇ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਸਾਡਾ ਮਿਸ਼ਨ ਅੱਜ ਖਤਮ ਹੋ ਜਾਏਗਾ। ਬਰਤਾਨੀਆ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਨਿਕ ਕਾਰਟਰ ਨੇ ਕਿਹਾ ਕਿ ਸਾਨੂੰ ਨਿਰਾਸ਼ਾ ਹੈ ਕਿ ਕਈ ਲੋਕ ਅਫਗਾਨਿਸਤਾਨ ਦੇ ਵਿੱਚ ਹੀ ਰਹਿ ਜਾਣਗੇ। ਹਾਲਾਂਕਿ ਜਨਰਲ ਕਾਰਟਰ ਨੇ ਉਮੀਦ ਜਤਾਈ ਹੈ ਕਿ ਜੋ ਲੋਕ ਪਿੱਛੇ ਛੁੱਟ ਗਏ ਨੇ ਉਹ 31 ਅਗਸਤ ਦੀ ਸਮਾਂ ਸੀਮਾ ਤੋਂ ਬਾਅਦ ਵੀ ਵਾਪਸ ਆ ਸਕਣਗੇ। ਉਹਨਾਂ ਕਿਹਾ ਕਿ ਜੇ ਭਵਿੱਖ ਦੇ ਵਿੱਚ ਵੀ ਉਹਨਾਂ ਨੂੰ ਜ਼ਰੂਰਤ ਪਏਗੀ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੀ ਕਿਹਾ ਕਿ ਕਾਬੁਲ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਅਸੀਂ ਜ਼ਮੀਨ ਅਸਮਾਨ ਇੱਕ ਕਰ ਦਿਆਂਗੇ, ਪਰ ਇਹ ਸਿਰਫ ਬਿਆਨ ਹੈ ਜਾਂ ਸੱਚਮੁੱਚ ਅਜਿਹਾ ਕੀਤਾ ਜਾਏਗਾ ਇਸ ਦਾ ਦਾਅਵਾ ਅਸੀਂ ਨਹੀਂ ਕਰ ਸਕਦੇ। ਚੀਨ ਨੇ ਵੀ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਧਮਾਕਿਆਂ ਤੇ ਟਿੱਪਣੀ ਕਰਦਿਆਂ ਇਸ ਘਟਨਾ ਦੀ ਨਿੰਦਿਆ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਚਾਓ ਲੇਜੀਅਨ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਧਮਾਕੇ ਅਫਗਾਨਿਸਤਾਨ ਦੀ ਸੁਰੱਖਿਆ ਸਥਿਤੀ ਨੂੰ ਦਰਸਾਉਂਦੇ ਨੇ ਕਿ ਉੱਥੇ ਹਾਲੇ ਵੀ ਹਾਲਾਤ ਬਹੁਤ ਹੀ ਗੰਭੀਰ ਨੇ ਜਿਹੜੇ ਉਹ ਬਣੇ ਹੋਏ ਨੇ। ਇੱਕ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਚੀਨ ਦਾ ਇਹਨਾਂ ਧਮਾਕਿਆਂ ਤੇ ਕੀ ਕਹਿਣਾ ਤੇ ਕੀ ਇਹਨਾਂ ਦੇ ਵਿੱਚ ਕਿਸੇ ਚੀਨੀ ਨਾਗਰਿਕ ਨੂੰ ਨੁਕਸਾਨ ਪਹੁੰਚਿਆ, ਤਾਂ ਬੁਲਾਰੇ ਨੇ ਕਿਹਾ ਕਿ ਕਾਬੁਲ 에ਅਰਪੋਰਟ ਦੇ ਨੇੜੇ ਹੋਏ ਧਮਾਕਿਆਂ ਵਿੱਚ ਭਾਰੀ ਜਾਨ ਮਾਲ ਦੀ ਹਾਨੀ ਹੋਈ ਹੈ ਤੇ ਉਸ ਹਾਨੀ ਤੋਂ ਉਸ ਹਾਦਸੇ ਤੋਂ ਬਾਅਦ ਚੀਨ ਹੈਰਾਨ ਹੈ ਅਤੇ ਨਿੰਦਿਆ ਕਰਦਾ ਹੈ। ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਿਕ ਤਾਲਿਬਾਨ ਨੇ ਅਮਰੀਕਾ ਨੂੰ 31 ਅਗਸਤ ਦੀ ਡੈਡਲਾਈਨ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਆਪਣੀ ਕੂਟਨੀਤਿਕ ਮੌਜੂਦਗੀ ਬਣਾਏ ਰੱਖਣ ਦੇ ਲਈ ਕਿਹਾ ਹੈ। ਵਾਸ਼ਿੰਗਟਨ ਪੋਸਟ ਦੇ ਮੁਤਾਬਿਕ ਅਮਰੀਕਾ ਇਸ ਪ੍ਰਸਤਾਵ ਤੇ ਹਾਲੇ ਵਿਚਾਰ ਕਰ ਰਿਹਾ, ਪਰ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਜੇ ਅਮਰੀਕਾ ਅਫਗਾਨਿਸਤਾਨ ਦੇ ਵਿੱਚ ਰੁਕਣ ਦਾ ਫੈਸਲਾ ਲੈਂਦਾ ਤਾਂ ਕਾਬੁਲ ਸਥਿਤ ਅਮਰੀਕੀ ਦੂਤਾਵਾਸ ਆਪਣਾ ਕੰਮ ਕਰਨਾ ਸ਼ੁਰੂ ਕਰ ਸਕੇਗਾ। ਪਾਕਿਸਤਾਨੀ ਫੌਜ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਅਫਗਾਨਿਸਤਾਨ ਦੇ ਹਾਲਾਤਾਂ ਤੇ ਜਾਣਕਾਰੀ ਦਿੱਤੀ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਦੇ ਜਿਹੜੇ ਡੀਜੀ ਹੈਗੇ ਨੇ ਮੇਜਰ ਜਨਰਲ ਬਾਬਾਰ ਇਫਤਿਖਾਰ ਨੇ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਤੇ ਕੁਝ ਹੋ ਸਕਦਾ ਹੈ, ਪਰ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਅਸੀਂ ਤਿਆਰ ਹਾਂ। ਉਹਨਾਂ ਦਾ ਕਹਿਣਾ ਸੀ ਕਿ ਅਫਗਾਨਿਸਤਾਨ ਦੇ ਵਿੱਚ ਫੌਜੀ ਹਾਲਾਤ ਬਹੁਤ ਤੇਜ਼ੀ ਦੇ ਨਾਲ ਬਦਲੇ ਨੇ। ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਇੰਨੀ ਤੇਜ਼ੀ ਦੇ ਨਾਲ ਹਾਲਾਤ ਬਦਲ ਜਾਣਗੇ। ਪਾਕਿਸਤਾਨ ਅਫਗਾਨਿਸਤਾਨ ਸਰਹੱਦ ਤੇ 78 ਕ੍ਰਾਸਿੰਗ ਪੁਆਇੰਟ ਨੇ। ਹਾਲਾਤਾਂ ਨੂੰ ਦੇਖਦੇ ਹੋਏ ਸਿਰਫ 17 ਕ੍ਰਾਸਿੰਗ ਪੁਆਇੰਟਸ ਨੂੰ ਹੀ ਆਵਾਜਾਈ ਦੇ ਲਈ ਖੋਲ੍ਹਿਆ ਗਿਆ ਹੈ ਤਾਂ ਕਿ ਜਿਹੜੀ ਚੰਗੀ ਤਰ੍ਹਾਂ ਸਹੀ ਕੰਟਰੋਲ ਅਤੇ ਉੱਥੇ ਪ੍ਰਬੰਧ ਹੋ ਸਕੇ। ਉਹਨਾਂ ਦੱਸਿਆ ਕਿ ਸਰਹੱਦ ਤੋਂ ਸਿਰਫ ਉਹਨਾਂ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦੇ ਕੋਲ ਵੈਲਿਡ ਦਸਤਾਵੇਜ਼ ਹੈਗੇ ਨੇ। ਨਾਲ ਹੀ ਉਹਨਾਂ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਵਪਾਰ ਦੇ ਲਈ ਸਿਰਫ 5 ਕ੍ਰਾਸਿੰਗ ਪੁਆਇੰਟ ਹੀ ਚਾਲੂ ਰੱਖੇ ਗਏ ਨੇ, ਬਾਕੀ 73 ਨੂੰ ਬੰਦ ਕਰ ਦਿੱਤਾ ਗਿਆ। ਅਫਗਾਨਿਸਤਾਨ ਤੋਂ ਬਾਅਦ ਇੱਕ ਅਹਿਮ ਖਬਰ ਕੈਨੇਡਾ ਤੋਂ ਹੈ, ਜਿੱਥੇ ਚੋਣ ਮੁਹਿੰਮ ਪੂਰੇ ਜ਼ੋਰ-ਸ਼ੋਰ ਦੇ ਨਾਲ ਚੱਲ ਰਹੀ ਹੈ। ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੀ ਇੱਕ ਚੋਣ ਰੈਲੀ ਨਾਰਾਜ਼ ਪ੍ਰਦਰਸ਼ਨਕਾਰੀਆਂ ਦੇ ਕਰਕੇ ਮਜਬੂਰ ਹੋ ਕੇ ਰੱਦ ਕਰਨੀ ਪਈ। ਓਨਟਾਰੀਓ ਦੇ ਬੋਲਟਨ ਦੇ ਵਿੱਚ ਜਸਟਿਨ ਟਰੂਡੋ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨ ਹੀ ਵਾਲੇ ਸੀ, ਪਰ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਉਹਨਾਂ ਦੀ ਇਹ ਚੋਣ ਰੈਲੀ ਰੱਦ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਕਿ ਟਰੂਡੋ ਆਪਣਾ ਸੰਬੋਧਨ ਸ਼ੁਰੂ ਕਰਦੇ, ਦਰਜਨਾਂ ਪ੍ਰਦਰਸ਼ਨਕਾਰੀ ਰੈਲੀ ਵਾਲੀ ਥਾਂ ਦੇ ਕੋਲ ਇਕੱਠੇ ਹੋ ਗਏ ਤੇ ਟਰੂਡੋ ਦੇ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ। ਸ਼ੁੱਕਰਵਾਰ ਨੂੰ ਉਹਨਾਂ ਦੀ ਰੈਲੀ 2 ਘੰਟੇ ਦੀ ਦੇਰੀ ਨਾਲ ਸ਼ੁਰੂ ਹੋਈ, ਪਰ ਫਿਰ ਵੀ ਰੱਦ ਕਰਨੀ ਪਈ ਤੇ ਪ੍ਰਧਾਨ ਮੰਤਰੀ ਟਰੂਡੋ ਦੀ ਕੈਂਪੇਨ ਬੱਸ ਨੂੰ ਪੁਲਿਸ ਸੁਰੱਖਿਆ ਦੇ ਵਿੱਚ ਹੀ ਰੈਲੀ ਵਾਲੀ ਥਾਂ ਤੋਂ ਬਾਹਰ ਲਿਜਾਣਾ ਪਿਆ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਦੱਸਦਾ ਹੈ ਕਿ ਮਹਾਮਾਰੀ ਲੋਕਾਂ ਤੇ ਕਿਸ ਮੁਸ਼ਕਿਲ ਦੇ ਨਾਲ ਗੁਜ਼ਰੀ ਹੈ। ਉਹਨਾਂ ਕਿਹਾ ਕਿ ਸਾਡੇ ਸਾਰਿਆਂ ਦੇ ਲਈ ਇਹ ਮੁਸ਼ਕਿਲ ਭਰਿਆ ਸਾਲ ਸੀ। ਜੋ ਸਾਥੀ ਵਿਰੋਧ ਕਰ ਰਹੇ ਨੇ ਉਹਨਾਂ ਦੇ ਲਈ ਇਹ ਮੁਸ਼ਕਿਲ ਭਰਿਆ ਸਾਲ ਰਿਹਾ ਹੋਏਗਾ। ਮੈਂ ਜਾਣਦਾ ਤੇ ਕਿ ਉਹਨਾਂ ਦਾ ਗੁੱਸਾ, ਉਹਨਾਂ ਦੀ ਨਿਰਾਸ਼ਾ ਤੇ ਸ਼ਾਇਦ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਖਦਸ਼ੇ ਨੇ ਉਹਨਾਂ ਨੂੰ ਮੈਂ ਮਹਿਸੂਸ ਕਰ ਸਕਦਾ। ਹਾਲ ਹੀ ਦੇ ਦਿਨਾਂ ਵਿੱਚ ਦੇਖਿਆ ਗਿਆ ਕਿ ਜਸਟਿਨ ਟਰੂਡੋ ਦੀਆਂ ਚੋਣ ਰੈਲੀਆਂ ਦੇ ਬਾਹਰ ਪ੍ਰਦਰਸ਼ਨਕਾਰੀ ਇਕੱਠੇ ਹੋ ਜਾਂਦੇ ਨੇ। ਇਹ ਉਹ ਲੋਕ ਨੇ ਜੋ ਕਰੋਨਾ ਵੈਕਸੀਨ ਅਤੇ ਸਰਕਾਰੀ ਪਾਬੰਦੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਕੈਨੇਡਾ ਦੇ ਵਿੱਚ ਸਮੇਂ ਤੋਂ 2 ਸਾਲ ਪਹਿਲਾਂ ਹੀ ਆਉਣ ਵਾਲੀ 20 ਸਤੰਬਰ ਨੂੰ ਨਵੀਂ ਸਰਕਾਰ ਦੇ ਗਠਨ ਦੇ ਲਈ ਵੋਟਾਂ ਪਾਈਆਂ ਜਾਣਗੀਆਂ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।